ਇੱਕ ਟਾਈਮ ਸੀ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਲਿਆ, ਪਤਾ ਨਹੀਂ ਕਿੰਨੇ ਸਾਲ ਜਿਹੜੇ ਸੀ ਇੱਕ ਕਮਰੇ ਦੇ ਵਿੱਚ ਬਤੀਤ ਕੀਤੇ ਤੇ ਉਸ ਤੋਂ ਬਾਅਦ ਇੱਕ ਐਸੀ ਜ਼ਿੰਦਗੀ ਨਵੀਂ ਰੌਸ਼ਨੀ ਲੈ ਕੇ ਆਈ, ਮੈਂ ਕਹਿੰਦਾ ਵੀ ਤਖਤਾ ਹੀ ਪਲਟ ਗਿਆ। ਇੱਕ ਦੋ ਲੋਕ ਜਿਹੜੇ ਮੇਰੇ ਬਹੁਤ ਕਰੀਬ ਸੀ, ਕਰੀਬੀ ਰਿਲੇਸ਼ਨ ਸੀ, ਉਹਨਾਂ ਨੂੰ ਦੁਨੀਆ ਤੋਂ ਉਹਨਾਂ ਦਾ ਮਤਲਬ ਟਾਈਮ ਖਤਮ ਹੋ ਗਿਆ ਔਰ ਜਾਣਾ ਪਿਆ। ਉਸ ਵੇਲੇ ਮੈਨੂੰ ਐਡੀ ਸਮਝ ਨਹੀਂ ਸੀ ਕਿਉਂਕਿ ਜੌਬ ਵਿੱਚ ਸੀ। ਇੱਕ ਨਾਰਮਲ ਆਦਮੀ ਦੀ ਜਿਹੜੀ ਲਾਈਫ ਹੁੰਦੀ ਹੈ, ਆਪਣੀ ਫੈਮਿਲੀ ਨੂੰ ਦਾ ਧਿਆਨ ਰੱਖਣਾ, ਨੌਕਰੀ ਦਾ ਧਿਆਨ ਰੱਖਣਾ, ਉਸ ਵਿੱਚ ਟਾਈਮ ਨਿਕਲ ਰਿਹਾ ਸੀ। ਸੋ ਪਤਾ ਨਹੀਂ ਸੀ ਕਿ ਕੁਦਰਤ ਦੇ ਨਿਯਮ। ਕਾਫੀ ਡਿਪਰੈਸ਼ਨ ਵਿੱਚ ਮੈਂ ਚਲਾ ਗਿਆ, ਮੈਨੂੰ ਸਮਝ ਨਹੀਂ ਆਈ। ਬਹੁਤ ਸਾਲ ਲੱਗ ਗਏ ਮੈਨੂੰ ਇਹ ਸਮਝਣ ਵਿੱਚ ਕਿ ਜੋ ਲੋਕ ਆਏ ਹੈ ਉਹਨਾਂ ਨੇ ਜਾਣਾ ਹੈ, ਰਿਸ਼ਤੇ ਸਾਰੇ ਇਸ ਧਰਤੀ ਦੇ ਉੱਪਰ ਖਤਮ ਹੋਣੇ ਆ, ਜਾਂ ਲੋਕ ਤੁਹਾਨੂੰ ਜਿੰਦੇ ਜੀ ਛੱਡ ਜਾਂਦੇ ਆ ਜਾਂ ਉਹ ਦੁਨੀਆ ਨੂੰ ਛੱਡ ਜਾਂਦੇ ਆ। ਤੋ ਉਹ ਗੱਲ ਜਦੋਂ ਸਮਝ ਆਈ ਤਾਂ ਤੱਕ ਬਹੁਤ ਡਿਪਰੈਸ਼ਨ ਵਿੱਚ ਜਾ ਚੁੱਕਿਆ ਸੀ, weight ਬਹੁਤ ਵੱਧ ਚੁੱਕਿਆ ਸੀ, ਬਿਮਾਰੀਆਂ ਬਹੁਤ ਲੱਗ ਗਈਆਂ ਸੀ। ਸਭ ਤੋਂ ਜਿਹੜੀ ਖਤਰਨਾਕ ਗੱਲ ਮੇਰੇ ਨਾਲ ਹੋਈ ਕਿ ਮੇਰਾ ਚੱਲਣਾ ਫਿਰਨਾ ਜਿਹੜਾ ਉਹ ਛੁੱਟ ਗਿਆ ਸੀ, ਬਿਲਕੁਲ ਬੰਦ ਹੋ ਗਿਆ ਜੀ, ਬਿਲਕੁਲ। ਲਾਸ ਆਫ ਮੋਟਰ ਫੰਕਸ਼ਨਸ ਜਿਹਨੂੰ ਕਹਿੰਦੇ ਆ, ਕਿ ਮੇਰਾ ਦਿਮਾਗ ਜਿਹੜਾ ਉਹ ਚਾਹੁੰਦਾ ਸੀ ਕਿ ਮੈਂ ਉੱਠਾਂ ਔਰ ਚੱਲਾਂ, ਪਰ ਮੇਰੀ ਬਾਡੀ ਉਸ ਸਿਗਨਲ ਨੂੰ ਫੜਦੀ ਨਹੀਂ ਸੀ। ਬੈੱਡ ਤੇ ਰਿਹਾ, ਘਰ 'ਚ ਹੀ ਬੰਦ ਰਿਹਾ, ਬਿਨਾਂ ਮਦਦ ਦੇ ਚੱਲ ਨਹੀਂ ਸਕਦਾ ਸੀ। ਸੋ ਬਹੁਤ ਦਿੱਕਤਾਂ ਦਾ ਸਾਹਮਣਾ। ਔਰ ਯਕੀਨ ਮੰਨੋ ਇੱਕ ਡ੍ਰੀਮ ਹੁੰਦਾ ਨਾ, ਇੱਕ ਫੈਂਟਸੀ ਬਣ ਗਿਆ ਸੀ ਕਿ ਮੈਂ ਕਦੀ ਦੁਬਾਰਾ ਚੱਲ ਸਕਾਂਗਾ ਜਾਂ ਨਹੀਂ ਚੱਲ ਸਕਾਂਗਾ। ਕਈ ਵਾਰ ਕਈ ਮਰੀਜ਼ ਤੋਂ, ਇੱਕ ਪੇਸ਼ੈਂਟ ਤੋਂ ਬੰਦਾ ਚਾਹੇ ਜਿੰਨਾ ਮਰਜ਼ੀ ਕਲੋਜ਼ ਹੋਵੇ, ਜਿੰਨੀ ਮਰਜ਼ੀ ਗੂੜ੍ਹੀ ਉਹਨਾਂ ਦਾ ਨਾਤਾ ਹੋਵੇ, ਰਿਸ਼ਤਾ ਹੋਵੇ, ਪਰ ਇੱਕ ਟਾਈਮ ਐਸਾ ਆ ਜਾਂਦਾ ਵੀ ਉਹਨੂੰ ਕਿਤੇ ਨਾ ਕਿਤੇ ਅੱਕ ਜਾਂਦਾ, ਉਹ ਖਿਜਣਾ ਸ਼ੁਰੂ ਕਰ ਦਿੰਦਾ, ਯਾਰ ਵੀ ਤੂੰ ਹੁਣ ਕੁਛ ਕਰ ਲੈ ਯਾਰ, ਵੀ ਤੂੰ ਹੁਣ ਅਸੀਂ ਕਿੰਨਾ ਚਿਰ ਤੈਨੂੰ ਸਾਂਭੀ ਜਾਵਾਂਗੇ। ਮੈਂ ਸੁਣਿਆ ਐਸਾ ਤੁਹਾਡੇ ਨਾਲ ਵੀ ਇੰਸੀਡੈਂਟ ਹੋਇਆ ਸੀਗਾ ਵੀ ਜਿੱਥੇ ਤੁਹਾਡੇ ਪਰਿਵਾਰ ਵਾਲੇ ਵੀ ਅੱਕ ਚੁੱਕੇ ਸੀ ਵੀ ਹੁਣ ਅਸੀਂ ਕਿੰਨਾ ਕੁ ਟਾਈਮ ਤੇਰੀ ਹੈਲਪ ਕਰੀਏ। ਮਤਲਬ ਅੱਕ ਤੇ ਉਹ ਮੇਰੇ ਤੋਂ ਤੇ ਨਹੀਂ, ਮੇਰੇ ਹਾਲਾਤ ਤੋਂ ਅੱਕ ਗਏ ਸੀ, ਉਹ ਮੇਰੇ ਰਿਐਕਸ਼ਨਸ ਤੋਂ ਅੱਕ ਗਏ ਸੀ। ਹੁਣ ਬਹੁਤ ਹੋ ਗਿਆ ਇਹਨੂੰ, ਮਤਲਬ ਬਹੁਤ ਲਾਡ ਪਿਆਰ ਕਰ ਲਿਆ ਔਰ ਬਿਲਕੁਲ ਬਿਮਾਰੀ ਦੇ ਵਿੱਚ ਹੀ ਖੁਸ਼ ਲੱਗ ਰਿਹਾ ਹੈ। ਸੋ ਥੋੜ੍ਹਾ ਜਿਹਾ ਇਹਦੇ ਨਾਲ ਸਟ੍ਰਿਕਟ ਟਰੀਟਮੈਂਟ ਕਰਨੇ ਆ ਐਜ਼ ਐਨ ਐਕਟਿੰਗ, ਕਿ ਥੋੜ੍ਹਾ ਜਿਹਾ ਇਹਨੂੰ ਉਸ ਫੇਸ ਤੋਂ ਕੱਢਣ ਦੀ। ਉਹ ਨਾ ਜਿਨ ਮੂਵੀਜ਼ ਵਿੱਚ ਹੁੰਦਾ ਨਾ, ਕੋਈ ਕਰੈਕਟਰ ਕਿਸੇ ਦੀ ਡੈਥ 'ਤੇ ਰੋਂਦੇ ਨਹੀਂ ਹੈ ਤੇ ਫਿਰ ਕੋਈ ਅਚਾਨਕ ਕਹਿੰਦਾ ਵੀ ਇਹਨੂੰ ਥੱਪੜ ਮਾਰੋ, ਹੈ ਨਾ। ਸੋ ਉਹ ਵਾਲਾ ਉਹਨਾਂ ਨੇ ਆਪਸ ਵਿੱਚ ਡਿਸਾਈਡ ਕਿ ਚਲੋ ਲੈਟਸ ਗਿਵ ਹਿਮ ਅ ਸ਼ੌਕ ਟਰੀਟਮੈਂਟ। ਸੋ ਉਹ ਥੋੜ੍ਹਾ ਜਿਹਾ ਉਹਨੇ ਮੈਨੂੰ ਮਤਲਬ ਰਫਲੀ ਗੱਲ ਕਰਨੀ ਮੇਰੇ ਨਾਲ ਸਟਾਰਟ ਕਰ ਦਿੱਤੀ ਕਿ ਹਾਂ ਹਾਂ ਠੀਕ ਹੈ, ਅੱਛਾ ਮਰਨਾ ਮਰ ਜਾਓ, ਕੋਈ ਗੱਲ ਨਹੀਂ, ਇਹ ਉਹ ਕਰਕੇ। ਤੁਸੀਂ ਆ ਹੁਣ ਜੀਨਸ ਪਾਈਆਂ ਹੋਈਆਂ ਨੇ ਪ੍ਰੋਪਰਲੀ, ਇਹ ਸਾਰਾ ਡਿਜ਼ਾਈਨਡ ਜਿਹੜਾ ਡਿਜ਼ਾਈਨਰ ਤੁਹਾਨੂੰ ਡਿਜ਼ਾਈਨ ਕਰਕੇ ਭੇਜਦੇ ਨੇ, ਉਹ ਤੁਸੀਂ ਵੇਅਰ ਕਰਦੇ ਹੋ, ਪਾਉਂਦੇ ਹੋ। ਕਦੇ ਆਏ ਹੋਇਆ ਵੀ ਆਪਣੀ ਮਰਜ਼ੀ ਦਾ ਪਾਉਣ ਦਾ ਕਦੇ ਮਨ ਕੀਤਾ ਹੋਵੇ, ਪਰ ਉਸ ਤੋਂ ਬਾਅਦ ਡਿਜ਼ਾਈਨਰ ਕਹਿੰਦੇ ਨੇ ਨਹੀਂ ਸਰ ਤੁਸੀਂ ਆਹ ਪਾਉਣਾ ਹੈ, ਜ਼ਿਆਦਾ ਵਧੀਆ ਲੱਗੂਗਾ, ਤੁਸੀਂ ਕਿਹਾ ਨਹੀਂ ਮੈਂ ਤਾਂ ਆਪਣੀ ਮਰਜ਼ੀ ਦਾ ਹੀ ਪਾਊਂਗਾ? ਨਹੀਂ, ਐਸਾ ਕਦੀ ਨਹੀਂ ਹੋਇਆ। ਇਨ ਦਿਸ ਪ੍ਰੋਫੈਸ਼ਨ ਮੈਂ ਬਹੁਤ ਸੌਰਟਡ ਹੈਗਾ। ਮੈਨੂੰ ਜੋ ਵੀ ਡਿਜ਼ਾਈਨਰ ਕਹਿੰਦੇ ਆ, ਆਈ ਐਮ ਰੈਡੀ ਟੂ ਵੀਅਰ ਇਟ। ਕਦੀ ਕੌਨਸ਼ੀਅਸਨੈਸ ਮੇਰੇ ਫੇਸ 'ਤੇ ਨਹੀਂ ਆਉਂਦੀ, ਕਦੀ ਮੈਂ ਆਪਣੇ ਆਪ ਨੂੰ ਸ਼ੋਅ ਨਹੀਂ ਕੀਤਾ ਕਿ ਹਾਂ ਇਸ ਕੱਪੜੇ 'ਚ ਮੈਂ ਕੰਫਰਟੇਬਲ ਨਹੀਂ ਹੈਗਾ। ਮੈਨੂੰ ਹੁਣੇ ਰੀਸੈਂਟਲੀ ਇੱਕ ਫੈਸ਼ਨ ਸ਼ੋਅ ਵਿੱਚ ਮੈਂ ਅੱਜ ਤੱਕ ਕਦੀ ਆਪਣੀ ਚੈਸਟ ਨਹੀਂ ਰਿਵੀਲ ਕੀਤੀ, ਅਪਰ ਬਾਡੀ ਰਿਵੀਲ ਨਹੀਂ ਕੀਤੀ, ਬਟ ਮੈਨੂੰ ਬਿਲਕੁਲ ਟਰਾਂਸਪੇਰੈਂਟ ਸ਼ਰਟ ਦੇ ਵਿੱਚ ਚੱਲਣ ਵਾਸਤੇ ਕਿਹਾ ਗਿਆ ਐਂਡ ਮੈਂ ਬਿਲਕੁਲ ਉਸ ਹਿਸਾਬ ਨਾਲ ਫਿੱਟ ਨਹੀਂ ਹੈਗਾ, ਬਿਕੋਜ਼ 135 ਕਿਲੋ ਵੇਟ ਸੀ ਔਰ ਇੱਕ ਜਿਹੜੀ ਯੰਗ ਲੋਕਾਂ ਦੀ ਫਿਜ਼ੀਕ ਹੁੰਦੀ ਹੈ ਉਹ ਮੇਰੀ ਨਹੀਂ ਹੈ ਨਾ, ਬਟ ਮੈਂ ਕੀਤਾ ਉਹ। ਕਦੇ ਸੋਚਿਆ ਵੀ ਹੁਣ, ਕਿਉਂਕਿ ਕਈ ਵਾਰ ਬੰਦਾ ਰਾਤ ਨੂੰ ਜਦ ਇਕੱਲਾ ਹੁੰਦਾ ਜਾਂ ਦਿਨ ਦੇ ਵਿੱਚ ਇਕੱਲਾ ਹੁੰਦਾ ਤਾਂ ਆਪਣੇ ਆਪ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ, ਅੱਛਾ ਵੀ ਦਿਨੇਸ਼ ਯਾਰ ਇੱਕ ਟਾਈਮ ਉਹ ਸੀ ਵੀ ਤੂੰ ਇੱਥੇ ਬੈਠਾ ਹੁੰਦਾ ਸੀ, ਆਹ ਬੈੱਡ ਹੁੰਦਾ ਸੀ ਇੱਥੇ, ਜੇ ਤੂੰ ਬਸ ਇੱਥੇ ਆਪਣੀ ਜ਼ਿੰਦਗੀ ਬਣਾ ਲਈ ਸੀ, ਆਹ ਚਾਰ ਦੀਵਾਰੀ ਤੇਰੀ ਦੁਨੀਆ ਬਣ ਚੁੱਕੀ ਸੀ, ਤੇ ਅੱਜ ਉਹੀ ਦੁਨੀਆ ਐਡੀ ਵੱਡੀ ਹੋ ਗਈ ਕਿ ਮੈਨੂੰ ਲੱਗਦਾ ਪੂਰੀ ਦੁਨੀਆ ਦੇ ਵਿੱਚ ਤੁਹਾਨੂੰ ਲੋਕ ਜਾਣਦੇ ਨੇ, ਪਹਿਚਾਣਦੇ ਨੇ। ਕਦੇ ਸੋਚਿਆ ਵੀ ਇੱਕ ਆਹ ਵੀ ਟਾਈਮ ਸੀ ਮੇਰੇ 'ਤੇ ਆਇਆ ਹੋਇਆ? ਬਿਲकुल। और रोज़ सोचना एवरी डे वैन एवर आई डू समथिंग न्यू, जैसे कोई रिजॉर्ट वाले मैनू फ्री स्टे वास्ते बुलान या किसी रेस्टोरेंट वाले कहते हैं कि आके साडा फूड ट्राई करो, या मतलब छोटिया चीज़ां, या इफ आई वॉक इन टू सम शॉप इत्थे एलेंटे च ही हुणे तुसीं मेरे नाल चलो, मेरे तो कोई बिल लैन नूं तैयार ही नहीं होंदा, चाहे कोई भी आउटलैट होए। सो बिल्कुल याद आता है कि यार कभी हमेशा पैसे गिनीदा सी कि यार अफोर्ड कर सकांगा या नहीं कर सकांगा, या मंगने पैणगे सिस्टर तो या ब्रदर इन लॉ तो कि यार कोई चीज़ लैनी है, हालांकि उन्होंने मैनू कभी इंज नहीं महसूस कराया। सो वो कंपैरिजन तो दिमाग चलता है कि यार यू आर लकी और वॉट। सो वारी वारी अपने आप को पिंच करना कि यार ड्रीम तो नहीं चल रहा कितने। जड़े रिश्तेदार दूर दे जड़े अपने किसी फंक्शन विच नहीं मैनू बुलाते सी कि यार कौन इनू संभालेगा, अपनी रू लैके आ जाएगा साडे माहौल नू खराब करन। ਉਹ ਹੁਣ ਮਤਲਬ
ਮੈਸੇजेस ਆਉਂਦੇ ਆ ਮੇਰੇ ਕੋਲ ਕਿ ਸਾਡੇ ਫਲਾਣੇ ਦਾ ਵਿਆਹ ਹੈਗਾ, ਤੁਹਾਡੇ ਵਾਸਤੇ ਬਿਲਕੁਲ ਸਭ ਤੋਂ ਫਸਟ ਕਲਾਸ ਕਮਰਾ ਤਿਆਰ ਕਰਵਾ ਦਿੱਤਾ ਹੈ ਔਰ ਪਲੀਜ਼ ਸਾਨੂੰ ਸਾਰੀ ਕਮਿਟਮੈਂਟਸ ਛੱਡ ਕੇ ਤੁਸੀਂ ਸਾਡੇ। ਸੋ ਆਈ ਰਿਸਪੈਕਟ ਦੈਟ ਆਲਸੋ। ਠੀਕ ਹੈ, ਵਕਤ ਦੀ ਗੱਲ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹਾਂ ਤੇ ਤੁਹਾਡਾ ਸਵਾਗਤ ਕਰਦਾ ਦੋਸਤੋ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ ਅਕਸਰ ਅੱਜ ਕੱਲ੍ਹ ਨੌਜਵਾਨ ਪਨੀਰੀ ਕਹਿ ਸਕਦਾ ਨਾ, ਮੇਰੇ ਹਮ ਉਮਰ ਮੇਰੇ ਤੋਂ ਛੋਟੇ ਵੀ ਜੇ ਮੈਂ ਕਹਾਂ, ਜਦ ਮੇਰੇ ਤੋਂ ਥੋੜ੍ਹੇ ਜਿਹੇ ਵੱਡੇ ਦੀ ਗੱਲ ਕਰ ਲਵਾਂ, ਬਹੁਤ ਛੇਤੀ ਜ਼ਿੰਦਗੀ ਤੋਂ ਨਿਰਾਸ਼ ਹੋ ਜਾਂਦੇ ਨੇ। ਕਈ ਵਾਰ ਕਈ ਔਖਾ ਸਮਾਂ ਜ਼ਿੰਦਗੀ ਦੇ ਵਿੱਚ ਜਦ ਆਉਂਦਾ ਨਾ ਤਾਂ ਬੰਦਾ ਢੇਰੀ ਢਾਹ ਕੇ ਬਹਿ ਜਾਂਦਾ ਕਿ ਨਹੀਂ ਹੁਣ ਇਸ ਤੋਂ ਬਾਹਰ ਤਾਂ ਮੈਂ ਨਿਕਲ ਹੀ ਨਹੀਂ ਸਕਦਾ। ਰੱਬ ਨੂੰ ਕੋਸਣ ਲੱਗ ਜਾਂਦਾ, ਰੱਬਾ ਤੂੰ ਸਾਨੂੰ ਆਹ ਨਹੀਂ ਦਿੱਤਾ, ਤੂੰ ਉਹਨੂੰ ਆਹ ਦੇਤਾ, ਫਲਾਣੇ ਗਵਾਂਢੀਆਂ ਨੂੰ ਐਡੀ ਵੱਡੀ ਗੱਡੀ ਦੇਤੀ, ਮੈਨੂੰ ਤਾਂ ਦਿੱਤੀ ਕੁਛ ਨਹੀਂ। ਇਹ ਚੀਜ਼ਾਂ ਅਕਸਰ ਦਿਮਾਗ ਦੇ ਵਿੱਚ ਆਉਂਦੀਆਂ ਹੀ ਨੇ ਅੱਜ ਕੱਲ੍ਹ ਦੀ ਪਨੀਰੀ ਦੇ ਵਿੱਚ, ਤੇ ਪੇਸ਼ੈਂਸ ਲੈਵਲ 0। ਪਰ ਅੱਜ ਇੱਕ ਐਸੀ ਉਦਾਹਰਣ ਤੁਹਾਡੇ ਤੱਕ ਲੈ ਕੇ ਆਇਆ ਨਾ, ਉਹ ਕਹਿੰਦੇ ਨੇ ਲਹਿरों से डर कर नौका पार नहीं होती और कोशिश करने वालों की कभी हार नहीं होती। ਉਹ ਕਹਿੰਦੇ ਵੀ ਉਮਰ ਬੇਸ਼ੱਕ ਲੰਬੀ ਹੋ ਜੇ, ਉਮਰ ਬੇਸ਼ੱਕ ਵੱਡੀ ਹੋ ਜੇ, ਪਰ ਦਿਲ ਤੋਂ ਵੀ ਬੱਚਾ ਹੈ। ਅੱਜ ਇੱਕ ਐਸੇ ਹੀ ਮੁੱਚ ਫੁੱਟ ਗੱਭਰੂ ਦੇ ਨਾਲ ਮੁਲਾਕਾਤ ਕਰਾਉਂਗਾ, ਕਿਉਂਕਿ ਜਿਸ ਦੀ ਉਮਰ ਦੀ ਜੇ ਮੈਂ ਗੱਲ ਕਰਾਂ, ਉਮਰ ਮੈਂ ਬਾਅਦ 'ਚ ਦੱਸੂਗਾ, ਪਰ ਜੇ ਲੁੱਕਸ ਦੀ ਗੱਲ ਕਰਾਂ ਨਾ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਅੱਜ ਦੇ ਟੌਪ ਯੰਗੈਸਟ ਸੁਪਰ ਮਾਡਲਸ ਵੀ ਜਿਹੜੇ ਹੋਣਗੇ ਨਾ, ਉਹਨਾਂ ਨੂੰ ਵੀ ਫਿੱਕੀ ਪਾਉਂਦੀ ਹੈ। ਮੇਰੇ ਨਾਲ ਦਿਨੇਸ਼ ਮੋਹਨ ਜੀ ਹੋਣਗੇ, ਜਿਨ੍ਹਾਂ ਦੀ ਸਟੋਰੀ ਇੰਨੀ ਕਿ ਇੰਸਪੀਰੇਸ਼ਨਲ ਹੈ ਕਿ ਇੱਕ ਟਾਈਮ ਸੀ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਲਿਆ, ਪਤਾ ਨਹੀਂ ਕਿੰਨੇ ਸਾਲ ਜਿਹੜੇ ਸੀ ਇੱਕ ਕਮਰੇ ਦੇ ਵਿੱਚ ਬਤੀਤ ਕੀਤੇ, ਤੇ ਉਸ ਤੋਂ ਬਾਅਦ ਇੱਕ ਐਸੀ ਜ਼ਿੰਦਗੀ ਨਵੀਂ ਰੌਸ਼ਨੀ ਲੈ ਕੇ ਆਈ, ਮੈਂ ਕਹਿੰਦਾ ਵੀ ਤਖਤਾ ਹੀ ਪਲਟ ਗਿਆ। ਬਾਈ ਮੇਰੇ ਨਾਲ ਨੇ। ਭਾਈ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਜੀ, ਬਿਲਕੁਲ ਠੀਕ ਹੈਗਾ। ਤੁਸੀਂ ਦੱਸੋ? ਬਿਲਕੁਲ ਵਧੀਆ ਹੈ, ਉੱਪਰ ਵਾਲੇ ਦੀ ਮਿਹਰ ਹੈ, ਤੁਹਾਡਾ ਪਿਆਰ ਹੈ, ਸਭ ਠੀਕ ਚੱਲ ਰਿਹਾ, ਵਧੀਆ ਚੱਲ ਰਿਹਾ। ਆਪਾਂ 2 ਸਾਲ ਪਹਿਲਾਂ ਮੁਲਾਕਾਤ ਕੀਤੀ ਸੀ ਤੇ 2 ਸਾਲ ਬਾਅਦ ਮਿਲ ਰਹੇ ਹਾਂ, ਪਰ ਮੈਨੂੰ ਕੋਈ ਚੇਂਜ ਨਹੀਂ ਲੱਗ ਰਿਹਾ। ਤੁਸੀਂ ਜ਼ਿਆਦਾ ਸਮਾਰਟ ਹੋ ਗਏ ਹੋ। ਜੀ ਬਸ ਠੀਕ ਹੈ, ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਣ ਦੀ ਕੋਸ਼ਿਸ਼ ਕਰਨਾ। ਪ੍ਰੋਫੈਸ਼ਨ ਵਾਸਤੇ ਨਹੀਂ, ਵੈਸੇ ਤਾਂ ਪ੍ਰੋਫੈਸ਼ਨ ਵੀ ਪੂਰਾ ਐਸਾ ਹੈ ਕਿ ਕੈਮਰੇ ਦੇ ਅੱਗੇ ਰਹਿਣਾ ਹੈ ਜਾਂ ਰੈਂਪ ਦੇ ਉੱਪਰ ਰਹਿਣਾ ਹੈ, ਬਟ ਮੈਂ ਆਪਣੇ ਵਾਸਤੇ, ਆਪਣੀ ਲੰਬੀ ਲਾਈਫ ਵਾਸਤੇ, ਆਪਣੀ ਹੈਲਥ ਦਾ, ਆਪਣੀ ਫਿਟਨੈਸ ਦਾ ਬਹੁਤ ਧਿਆਨ ਰੱਖਣਾ। ਜੇ ਮੈਂ ਗਲਤ ਨਾ ਆਵਾਂ ਤਾਂ ਤੁਹਾਡੀ ਉਮਰ ਤੁਸੀਂ ਆਪਣੀ ਜਵਾਨੀ ਆਪ ਦੱਸ ਦਿਓ ਦਰਸ਼ਕਾਂ ਨੂੰ। ਜੀ ਮੈਂ ਜਨਵਰੀ 'ਚ 63 ਸਾਲ ਦਾ ਹੋਇਆ। 63 ਇਅਰਸ 올ਡ। ਯੈਸ ਮਤਲਬ ਹੁਣ ਤੇ ਥੋੜਾ ਉੱਪਰ ਹੀ ਹੋ ਗਿਆ, 63 ਤੋਂ ਕੁਝ ਮਹੀਨੇ ਉੱਪਰ ਚਲਾ ਗਿਆ। ਜੀ ਅੱਛਾ ਭਾਜੀ, ਸ਼ੁਰੂਆਤ ਕਰਦੇ ਹਾਂ ਕਿਉਂਕਿ ਤੁਹਾਡੀ ਜਿਹੜੀ ਲਾਈਫ ਹਿਸਟਰੀ ਹੈ ਨਾ, ਉਹ ਇੰਨੀ ਕਿ ਇੰਸਪੀਰੇਸ਼ਨਲ ਹੈ ਕਿ ਇੱਕ ਟਾਈਮ ਸੀ ਜਦੋਂ ਦਿਨੇਸ਼ ਮੋਹਨ ਨੇ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਲਿਆ। ਦੋਸਤੋ ਤੁਹਾਡੀ ਟੀਵੀ ਸਕਰੀਨ 'ਤੇ ਨਾ ਇੱਕ ਸ਼ਾਟ ਚੱਲ ਰਿਹਾ ਹੋਊਗਾ, ਇੱਕ ਤੁਹਾਡੀ ਪੁਰਾਣੀ ਫੋਟੋ ਸੀ ਜਿਸ ਦੇ ਵਿੱਚ ਤੁਸੀਂ ਕਾਫੀ ਮੋਟੇ ਸੀਗੇ, ਤੁਹਾਡਾ ਫੇਸ ਸਟਰਕਚਰ ਵੀ ਕੁਝ ਉਸ ਤਰੀਕੇ ਦਾ ਸੀਗਾ, ਤੇ ਉਸ ਤੋਂ ਬਾਅਦ ਐਡਾ ਡਰਾਸਟਿਕ ਚੇਂਜ ਮੈਂ ਕਹਿ ਸਕਦਾ ਜ਼ਿੰਦਗੀ ਦੇ ਵਿੱਚ ਆਇਆ। ਕਾਰਨ ਕੀ ਬਣਿਆ ਸੀ ਵੀ ਉਹ ਜ਼ਿੰਦਗੀ ਅਪਣਾਈ? ਪਹਿਲਾਂ ਤਾਂ ਇੱਕ ਕਮਰੇ ਦੇ ਵਿੱਚ ਆਪਣੇ ਆਪ ਨੂੰ ਕਿੰਨੇ ਟਾਈਮ ਵਾਸਤੇ ਬੰਦ ਰੱਖਿਆ? ਮੈਂ ਮਤਲਬ 2004 ਤੋਂ ਮੈਨੂੰ ਡਿਪਰੈਸ਼ਨ ਸਟਾਰਟ ਹੋਇਆ ਸੀ, ਜਿਹਨੂੰ ਫੁੱਲ ਡਿਪਰੈਸ਼ਨ ਕਹਿੰਦੇ ਆ, ਔਰ ਲਗਭਗ 2005-6 ਜਾ ਕੇ ਮੇਰੀ ਮੂਵਮੈਂਟ ਜਿਹੜੀ ਹੈ ਉਹ ਬੜੀ ਰਿਸਟ੍ਰਿਕਟਡ ਹੋ ਗਈ ਸੀ, ਔਰ 2007 ਤੱਕ ਮੈਂ ਬਿਲਕੁਲ ਘਰੋਂ ਨਿਕਲਣਾ ਬੰਦ ਕਰ ਦਿੱਤਾ ਸੀ। ਬਟ ਸੋਸ਼ਲ ਮੀਡੀਆ ਦਾ ਨਾ ਦੇਖੋ, ਇੱਕ ਫਾਇਦਾ ਵੀ ਹੈ ਔਰ ਇੱਕ ਨੁਕਸਾਨ ਵੀ ਹੈ। ਫਾਇਦਾ ਇਹ ਹੈ ਕਿ ਤੁਸੀਂ ਕਿਸੇ ਦੀ ਵੀ ਲਾਈਫ ਸਟੋਰੀ ਜਿਹੜਾ ਕੁਝ ਪਿਕਚਰਾਂ ਦੇ ਵਿੱਚ, ਕੁਝ ਛਣਾਂ ਦੇ ਵਿੱਚ, ਕੁਝ ਮੂਵਮੈਂਟਸ ਦੇ ਵਿੱਚ ਇੰਜ ਦੇਖ ਲੈਂਦੇ ਹੋ, ਔਰ ਪਰ ਉਸ ਇਨਸਾਨ ਦੀ ਜਿਹੜੀ ਸਟਰਗਲ ਹੈ, ਕਿੰਨਾ ਉਹਨੂੰ ਟਾਈਮ ਲੱਗ ਜਾਂਦਾ ਹੈ, ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦੀ ਹੈ। ਸੋ ਅੱਛਾ ਵੀ ਹੈ ਔਰ ਬੁਰਾ ਵੀ ਹੈ। ਸੋਸ਼ਲ ਮੀਡੀਆ ਦੇ ਉੱਪਰ ਤੁਹਾਡੀ ਸਟੋਰੀ ਆਏ ਤੇ ਲੋਕ ਇਨਸਪਾਇਰਡ ਫੀਲ ਕਰਦੇ ਨੇ ਔਰ ਫਟੋਫਟ ਉਹ ਦੇਖ ਸਕਦੇ ਨੇ ਕਿ ਹਾਂਜੀ ਤੁਹਾਡੀ ਕੀ ਸਟਰਗਲ ਰਹੀ ਹੈ। ਜੀ ਅੱਛਾ, ਜਦ ਤੁਹਾਨੂੰ ਡਿਪਰੈਸ਼ਨ ਹੋਇਆ ਜ਼ਿੰਦਗੀ ਦੇ ਵਿੱਚ, ਐਸਾ ਹੋਇਆ ਕਿ ਅਕਸਰ ਦੇ ਵਿੱਚ ਵੀ ਅੱਜ ਐਡੀ ਖੁਸ਼ੀ ਹੈ ਤੁਹਾਡੇ? ਮੈਂ ਹਰ ਟਾਈਮ ਜਦ ਤੁਹਾਡੇ ਫੇਸ 'ਤੇ ਦੇਖਦਾ ਇੱਕ ਸਮਾਈਲ ਹੁੰਦੀ ਹੈ, ਵੱਖਰੀ ਜਿਹੀ ਸਮਾਈਲ ਹੁੰਦੀ ਹੈ, ਤੇ ਲੱਗਦਾ ਹੀ ਨਹੀਂ ਵੀ ਤੁਸੀਂ ਕਦੇ ਡਿਪਰੈਸ਼ਨ ਦੇ ਵਿੱਚ ਗਏ ਹੋਗੇ। ਵੀ ਕਾਰਨ ਕੀ ਬਣ ਗਿਆ? ਹਾਂ, ਥੋੜਾ ਪਰਸਨਲ ਮੇਰੇ ਨਾਲ ਟ੍ਰੈਜਡੀਜ਼ ਹੋਈਆਂ ਸੀ। ਇੱਕ ਦੋ ਲੋਕ ਜਿਹੜੇ ਮੇਰੇ ਬਹੁਤ ਕਰੀਬ ਸੀ, ਕਰੀਬੀ ਰਿਲੇਸ਼ਨ ਸੀ, ਉਹਨਾਂ ਨੂੰ ਦੁਨੀਆ ਤੋਂ, ਉਹਨਾਂ ਦਾ ਮਤਲਬ ਟਾਈਮ ਖਤਮ ਹੋ ਗਿਆ ਔਰ ਜਾਣਾ ਪਿਆ। ਉਸ ਵੇਲੇ ਮੈਨੂੰ ਐਡੀ ਸਮਝ ਨਹੀਂ ਸੀ ਕਿਉਂਕਿ ਜੌਬ ਵਿੱਚ ਸੀ। ਇੱਕ ਨੋਰਮਲ ਆਦਮੀ ਦੀ ਜਿਹੜੀ ਲਾਈਫ ਹੁੰਦੀ ਹੈ, ਆਪਣੀ ਫੈਮਿਲੀ ਨੂੰ ਦਾ ਧਿਆਨ ਰੱਖਣਾ, ਨੌਕਰੀ ਦਾ ਧਿਆਨ ਰੱਖਣਾ, ਉਸ ਵਿੱਚ ਟਾਈਮ ਨਿਕਲ ਰਿਹਾ ਸੀ। ਸੋ ਪਤਾ ਨਹੀਂ ਸੀ ਕਿ ਕੁਦਰਤ ਦੇ ਨਿਯਮ ਕੀ ਹੈ, ਕਿੰਜ ਹੁੰਦਾ ਹੈ, ਕਿੰਜ ਐਡਜਸਟ ਕਰਨਾ ਹੈ, ਕਿੰਜ ਕੋਪ ਕਰਨਾ ਹੈ। ਤੋ ਉਸ ਚੀਜ਼ ਨੂੰ ਲੈ ਕੇ, ਔਰ ਕੁਝ ਮੇਰੇ ਪਰਸਨਲ ਹਾਲਾਤ ਉਂਝ ਵੀ ਖਰਾਬ ਸੀ,
ਤੋ ਕਾਫੀ ਡਿਪਰੈਸ਼ਨ ਵਿੱਚ ਮੈਂ ਚਲਾ ਗਿਆ, ਮੈਨੂੰ ਸਮਝ ਨਹੀਂ ਆਈ, ਬਹੁਤ ਸਾਲ ਲੱਗ ਗਏ ਮੈਨੂੰ ਇਹ ਸਮਝਣ ਵਿੱਚ ਕਿ ਜੋ ਲੋਕ ਆਏ ਹੈ ਉਹਨਾਂ ਨੇ ਜਾਣਾ ਹੈ, ਰਿਸ਼ਤੇ ਸਾਰੇ ਇਸ ਧਰਤੀ ਦੇ ਉੱਪਰ ਖਤਮ ਹੋਣੇ ਆ, ਜਾਂ ਲੋਕ ਤੁਹਾਨੂੰ ਜਿੰਦੇ ਜੀ ਛੱਡ ਜਾਂਦੇ ਆ ਜਾਂ ਉਹ ਦੁਨੀਆ ਨੂੰ ਛੱਡ ਜਾਂਦੇ ਆ। ਤੋ ਉਹ ਗੱਲ ਜਦੋਂ ਸਮਝ ਆਈ ਤਾਂ ਤੱਕ ਬਹੁਤ ਡਿਪਰੈਸ਼ਨ ਵਿੱਚ ਜਾ ਚੁੱਕਿਆ ਸੀ, weight ਬਹੁਤ ਵੱਧ ਚੁੱਕਿਆ ਸੀ, ਬਿਮਾਰੀਆਂ ਬਹੁਤ ਲੱਗ ਗਈਆਂ ਸੀ। ਸਭ ਤੋਂ ਜਿਹੜੀ ਖਤਰਨਾਕ ਗੱਲ ਮੇਰੇ ਨਾਲ ਹੋਈ ਕਿ ਮੇਰਾ ਚੱਲਣਾ ਫਿਰਨਾ ਜਿਹੜਾ ਉਹ ਛੁੱਟ ਗਿਆ ਸੀ ਬਿਲਕੁਲ। ਬਿਲਕੁਲ ਬੰਦ ਹੋ ਗਿਆ। ਜੀ ਬਿਲਕੁਲ, ਲਾਸ ਆਫ ਮੋਟਰ ਫੰਕਸ਼ਨਸ ਜਿਹਨੂੰ ਕਹਿੰਦੇ ਆ, ਕਿ ਮੇਰਾ ਦਿਮਾਗ ਜਿਹੜਾ ਉਹ ਚਾਹੁੰਦਾ ਸੀ ਕਿ ਮੈਂ ਉੱਠਾਂ ਔਰ ਚਲਾਂ, ਪਰ ਮੇਰੀ ਬਾਡੀ ਉਸ ਸਿਗਨਲ ਨੂੰ ਫੜਦੀ ਨਹੀਂ ਸੀ। ਸੋ ਇੱਕ ਉਹ ਮਿਸਮੈਚ ਹੋ ਜਾਂਦਾ ਹੈ। ਇਟਸ ਅ ਪ੍ਰੋਪਰ ਮੈਡੀਕਲ ਫੁੱਲ ਬਲੋਨ ਮੈਡੀਕਲ ਕੰਡੀਸ਼ਨ। ਸੋ ਉਹ ਸਡਨਲੀ ਮੈਨੂੰ ਹਿੱਟ ਹੋ ਗਿਆ, ਉਹਦਾ ਮੈਨੂੰ ਅਟੈਕ ਹੋ ਗਿਆ, ਔਰ ਫਿਰ ਮੈਂ ਬੈੱਡ 'ਤੇ ਰਿਹਾ, ਘਰ 'ਚ ਹੀ ਬੰਦ ਰਿਹਾ, ਬਿਨਾਂ ਮਦਦ ਦੇ ਚੱਲ ਨਹੀਂ ਸਕਦਾ ਸੀ। ਸੋ ਬਹੁਤ ਦਿੱਕਤਾਂ ਦਾ ਸਾਹਮਣਾ, ਔਰ ਯਕੀਨ ਮੰਨੋ ਇੱਕ ਡ੍ਰੀਮ ਹੁੰਦਾ ਨਾ, ਇੱਕ ਫੈਂਟਸੀ ਬਣ ਗਿਆ ਸੀ ਕਿ ਮੈਂ ਕਦੀ ਦੁਬਾਰਾ ਚੱਲ ਸਕਾਂਗਾ ਜਾਂ ਨਹੀਂ ਚੱਲ ਸਕਾਂਗਾ। ਹੁਣ ਕਹਿਣ ਸੁਣਨ ਨੂੰ ਗੱਲ ਬੜੀ ਉਹ ਲੱਗਦੀ ਹੈ, ਬਟ ਐਕਚੁਅਲੀ ਜਦੋਂ ਤੁਸੀਂ ਉਸ ਸਟੇਟ ਆਫ ਮਾਈਂਡ ਵਿੱਚ ਹੁੰਦੇ ਹੋ, ਜਦੋਂ ਤੁਹਾਨੂੰ ਯਕੀਨ ਹੋ ਜਾਂਦਾ ਕਿ ਹਾਂ ਹੁਣ ਇਹੀਓ ਚਾਰ ਦੀਵਾਰੀ ਮੇਰੀ ਦੁਨੀਆ ਹੈ ਔਰ ਇਹੀਓ ਬਿਸਤਰਾ, ਔਰ ਉਹ ਇੱਕ ਬੜੀ ਅਜੀਬ ਜਿਹੀ ਕੰਡੀਸ਼ਨ ਹੈ। ਬਟ ਜਾਂ ਫਿਰ ਪਤਾ ਨਹੀਂ ਕਿ ਹਾਲਾਤ ਚਲਦੇ ਚਲਦੇ ਅੰਦਰੋਂ ਹੀ ਇੱਕ ਹਿੰਮਤ ਆਈ, ਜਾਂ ਤੇ ਜਿਹੜੇ ਲੋਕ ਚਲੇ ਗਏ ਮੈਨੂੰ ਛੱਡ ਕੇ, ਉਹਨਾਂ ਨੇ ਹੀ ਉੱਪਰੋਂ ਕੁਝ ਸਪਿਰਿਚੁਅਲੀ ਮਦਦ ਮੇਰੀ ਕੀਤੀ ਕਿ ਕੁਝ ਹੋਰ ਇਹਦੇ ਵਾਸਤੇ ਪਲਾਨ ਕੀਤਾ ਜਾਏ, ਇਹਨੂੰ ਕਿਸੇ ਤਰ੍ਹਾਂ ਨਾਲ ਕੱਢਿਆ ਜਾਏ। ਮੈਂ ਖੁਦ ਆਪਣੇ ਉੱਪਰ ਕਦੀ ਵੀ ਇਹ ਸ਼੍ਰੇ ਨਹੀਂ ਲੈ ਸਕਦਾ ਕਿ ਮੈਂ ਹਿੰਮਤ ਕੀਤੀ ਔਰ ਮੈਂ ਨਿਕਲ ਗਿਆ। ਇਟ ਵਾਜ਼ ਅ ਟੀਮ ਐਫਰਟ। ਜੋ ਲੋਕ ਫਿਜ਼ੀਕਲੀ ਮੇਰੇ ਨਾਲ ਨੇ ਜਾਂ ਜੋ ਫਿਜ਼ੀਕਲੀ ਮੇਰੇ ਨਾਲ ਨਹੀਂ ਨੇ, ਸਪਿਰਿਚੁਅਲੀ ਮੇਰੇ ਨਾਲ ਨੇ, ਉਹਨਾਂ ਸਭ ਨੇ ਮਦਦ ਕਰਕੇ ਮੈਨੂੰ ਉਸ ਫੇਜ਼ ਤੋਂ ਕੱਢਿਆ। ਮੈਂ ਸੁਣਿਆ ਇੱਕ ਭੈਣ ਭਰਾ ਦਾ ਰਿਸ਼ਤਾ ਬਹੁਤ ਗੂੜਾ ਹੁੰਦਾ ਹੈ, ਕਿਉਂਕਿ ਇੱਕ ਭੈਣ ਆਪਣੇ ਮਾਪਿਓ ਤੋਂ ਇਲਾਵਾ ਵੀ ਕਈ ਚੀਜ਼ਾਂ ਜਿਹੜੀਆਂ ਨੇ ਆਪਣੇ ਦਿਲ ਦੇ ਵਿੱਚ ਰੱਖਦੀ ਹੈ। ਜੇ ਸ਼ੇਅਰ ਕਰਨਾ ਚਾਹੁੰਦੀ ਤਾਂ ਇੱਕ ਭਰਾ ਨਾਲ ਕਰਦੀ ਹੈ। ਇੱਕ ਉਹਨਾਂ ਦਾ ਬੌਂਡਿੰਗ ਇਸ ਤਰੀਕੇ ਦੀ ਹੁੰਦੀ ਹੈ। ਮੈਂ ਸੁਣਿਆ ਤੁਹਾਡੀ ਭੈਣ ਨੇ ਤਾਂ ਤੁਹਾਡਾ ਸਾਥ ਹੀ ਬਹੁਤ ਜ਼ਿਆਦਾ ਦਿੱਤਾ। ਜੀ ਬਿਲਕੁਲ ਬਿਲਕੁਲ, ਬਹੁਤ। ਔਰ ਮੇਰੇ ਕੋਲ ਕੋਈ ਵਰਡਸ ਹੀ ਨਹੀਂ ਹੈ ਕਿ ਮੈਂ, ਔਰ ਥੈਂਕਸ ਕਰਨ ਦੀ ਤਾਂ ਕੋਈ ਗੱਲ ਨਹੀਂ ਹੈ, ਬਿਕੋਜ਼ ਉਹ ਰਿਲੇਸ਼ਨ ਐਸਾ ਹੈ ਔਰ ਸਾਨੂੰ ਆਦਤ ਵੀ ਨਹੀਂ ਹੈ। ਮੈਂ ਤੁਹਾਡਾ ਥੈਂਕ ਕਰ ਦਿਆਂਗਾ, ਸਾਰੀ ਦੁਨੀਆ ਦਾ ਥੈਂਕਸ ਕਰ ਦਿਆਂਗਾ, ਬਟ ਜਿਹੜੇ ਸਾਡੇ ਕਲੋਜ਼ੈਸਟ ਨੇ ਵੀ ਟੇਕ them for granted ਕਿ ਨਹੀਂ ਠੀਕ ਹੈ ਯਾਰ ਆਪਣੇ ਨੇ, ਅਤੇ ਉਹ ਸਮਝਦੇ ਵੀ ਨੇ ਇਸ ਗੱਲ ਨੂੰ। ਮਤਲਬ ਖੂਬਸੂਰਤੀ ਆਵੇ ਦੈਟ ਦੇ ਅੰਡਰਸਟੈਂਡ ਕਿ ਹਾਂ ਥੈਂਕਸ ਦੀ ਕੋਈ ਲੋੜ ਨਹੀਂ ਹੈ। ਸੋ ਉਹਨੇ ਆਫ ਕੋਰਸ ਬਹੁਤ ਸਾਥ ਦਿੱਤਾ। ਮੇਰੇ ਤੋਂ ਬਹੁਤ ਛੋਟੀ ਹੈ ਉਹ। ਕੁਝ ਮੈਂ ਵੀ ਉਹਦੇ ਵਾਸਤੇ ਲਾਈਫ ਵਿੱਚ ਐਸਾ ਕੀਤਾ ਸੀ when she wanted to get married and ਤਾਂ ਮੈਂ ਵੀ ਹੈਲਪ ਕੀਤੀ ਸੀ। ਕੁਝ ਹਾਲਾਤ ਉਸ ਟਾਈਮ ਵੀ ਐਸੇ ਸੀ। ਸੋ ਉਹ ਵੀ ਹੋ ਸਕਦਾ ਉਹਦੇ ਦਿਮਾਗ ਵਿੱਚ ਹੋਏ ਕਿ ਹਾਂ ਵੱਡੇ ਭਰਾ ਨੇ ਮੈਨੂੰ ਸਪੋਰਟ ਕੀਤਾ, ਹੁਣ ਮੇਰੀ ਵਾਰੀ। ਸੋ ਇਸ ਕਰਕੇ ਹਾਂ ਕਾਫੀ ਉਹਨੇ ਬਹੁਤ ਬਹੁਤ ਮਦਦ ਕੀਤੀ ਔਰ ਮੇਰੇ ਕੋਲ ਕੋਈ ਵਰਡਸ ਨਹੀਂ ਹੈ। ਅੱਛਾ, ਇੱਕ ਦਿਨੇਸ਼ ਭਾਜੀ ਇੱਕ ਗੱਲ ਮੈਂ ਜ਼ਰੂਰ ਕਹੂੰਗਾ, ਕਿਉਂਕਿ ਅਕਸਰ ਜਦ ਬੰਦਾ ਸਮਾਜ ਤੋਂ ਅੱਕ ਕੇ ਜਿਵੇਂ ਡਿਪਰੈਸ਼ਨ ਦੇ ਵਿੱਚ ਆ, ਕਈ ਵਾਰ ਕਈ ਮਰੀਜ਼ ਤੋਂ, ਇੱਕ ਪੇਸ਼ੈਂਟ ਤੋਂ ਬੰਦਾ ਚਾਹੇ ਜਿੰਨਾ ਮਰਜ਼ੀ ਕਲੋਜ਼ ਹੋਵੇ, ਜਿੰਨੀ ਮਰਜ਼ੀ ਗੂੜ੍ਹੀ ਉਹਨਾਂ ਦਾ ਨਾਤਾ ਹੋਵੇ, ਰਿਸ਼ਤਾ ਹੋਵੇ, ਪਰ ਇੱਕ ਟਾਈਮ ਐਸਾ ਆ ਜਾਂਦਾ ਵੀ ਉਹਨੂੰ ਕਿਤੇ ਨਾ ਕਿਤੇ ਅੱਕ ਜਾਂਦਾ, ਉਹ ਖਿਜਣਾ ਸ਼ੁਰੂ ਕਰ ਦਿੰਦਾ, ਯਾਰ ਵੀ ਤੂੰ ਹੁਣ ਕੁਛ ਕਰ ਲੈ ਯਾਰ, ਵੀ ਤੂੰ ਹੁਣ ਅਸੀਂ ਕਿੰਨਾ ਚਿਰ ਤੈਨੂੰ ਸਾਂਭੀ ਜਾਵਾਂਗੇ। ਮੈਂ ਸੁਣਿਆ ਐਸਾ ਤੁਹਾਡੇ ਨਾਲ ਵੀ ਇੰਸੀਡੈਂਟ ਹੋਇਆ ਸੀਗਾ ਵੀ ਜਿੱਥੇ ਤੁਹਾਡੇ ਪਰਿਵਾਰ ਵਾਲੇ ਵੀ ਅੱਕ ਚੁੱਕੇ ਸੀ ਵੀ ਹੁਣ ਅਸੀਂ ਕਿੰਨਾ ਕੁ ਟਾਈਮ ਤੇਰੀ ਹੈਲਪ ਕਰੀਏ। ਮਤਲਬ ਅੱਕ ਤੇ ਉਹ ਮੇਰੇ ਤੋਂ ਤੇ ਨਹੀਂ, ਮੇਰੇ ਹਾਲਾਤ ਤੋਂ ਅੱਕ ਗਏ ਸੀ, ਉਹ ਮੇਰੇ ਰਿਐਕਸ਼ਨਸ ਤੋਂ ਅੱਕ ਗਏ ਸੀ, ਜੋ ਮੇਰੇ ਰਿਸਪੌਂਸਿਸ ਸੀ। ਮਤਲਬ ਮੇਰੇ ਤੋਂ ਤੇ ਉਹ ਜੋ ਪਿਆਰ ਸੀ ਉਹ ਹਮੇਸ਼ਾ ਹੀ ਰਿਹਾ, ਬਟ ਮੈਂ ਜਿਸ ਤਰ੍ਹਾਂ ਆਪਣੇ ਹਾਲਾਤ ਨੂੰ ਡੀਲ ਕਰ ਰਿਹਾ ਸੀ ਉਸ ਤਰੀਕੇ ਤੋਂ ਉਹ ਬਹੁਤ ਅੱਕ ਗਏ ਹੋਏ ਸੀ। ਸੋ ਮੇਰੇ ਬਾਅਦ ਵਿੱਚ ਮੈਨੂੰ ਦੱਸਿਆ ਗਿਆ ਕਿ ਮੇਰੇ ਬ੍ਰਦਰ ਇਨ ਲਾਅ ਨੇ ਮੇਰੀ ਸਿਸਟਰ ਨੂੰ ਸੁਜੈਸਟ ਕੀਤਾ ਕਿ ਮੈਂ ਹੁਣ ਬਹੁਤ ਹੋ ਗਿਆ ਇਹਨੂੰ, ਮਤਲਬ ਬਹੁਤ ਲਾਡ ਪਿਆਰ ਕਰ ਲਿਆ ਔਰ ਬਿਲਕੁਲ ਬਿਮਾਰੀ ਦੇ ਵਿੱਚ ਹੀ ਖੁਸ਼ ਲੱਗ ਰਿਹਾ ਹੈ। ਸੋ ਥੋੜ੍ਹਾ ਜਿਹਾ ਇਹਦੇ ਨਾਲ ਸਟ੍ਰਿਕਟ ਟਰੀਟਮੈਂਟ ਕਰਨੇ ਆ ਐਜ਼ ਐਨ ਐਕਟਿੰਗ, ਕਿ ਥੋੜ੍ਹਾ ਜਿਹਾ ਇਹਨੂੰ ਉਸ ਫੇਸ ਤੋਂ ਕੱਢਣ ਦੀ। ਜਿਵੇਂ ਮੂਵੀਜ਼ ਵਿੱਚ ਹੁੰਦਾ ਨਾ, ਕੋਈ ਕਰੈਕਟਰ ਕਿਸੇ ਦੀ ਡੈਥ 'ਤੇ ਰੋਂਦੇ ਨਹੀਂ ਹੈ ਤੇ ਫਿਰ ਕੋਈ ਅਚਾਨਕ ਕਹਿੰਦਾ ਵੀ ਇਹਨੂੰ ਥੱਪੜ ਮਾਰੋ, ਹੈ ਨਾ। ਸੋ ਉਹ ਵਾਲਾ ਉਹਨਾਂ ਨੇ ਆਪਸ ਵਿੱਚ ਡਿਸਾਈਡ ਕਿ ਚਲੋ ਲੈਟਸ ਗਿਵ ਹਿਮ ਅ ਸ਼ੌਕ ਟਰੀਟਮੈਂਟ। ਸੋ ਉਹ ਥੋੜ੍ਹਾ ਜਿਹਾ ਉਹਨੇ ਮੈਨੂੰ ਮਤਲਬ ਰਫਲੀ ਗੱਲ ਕਰਨੀ ਮੇਰੇ ਨਾਲ ਸਟਾਰਟ ਕਰ ਦਿੱਤੀ ਕਿ ਹਾਂ ਠੀਕ ਹੈ, ਅੱਛਾ ਮਰਨਾ ਮਰ ਜਾਓ, ਕੋਈ ਗੱਲ ਨਹੀਂ, ਇਹ ਉਹ ਕਰਕੇ। ਸੋ ਹਾਂ ਮਤਲਬ ਕਿਉਂਕਿ ਮੈਂ ਕਹਿੰਦਾ ਰਹਿੰਦਾ ਸੀ ਕਿ ਯਾਰ ਮੈਂ ਜੀਣਾ ਨਹੀਂ ਚਾਹੁੰਦਾ। ਉਹ ਜਦੋਂ ਵੀ ਮੈਨੂੰ ਮਿਲਦਾ ਸੀ ਦਫ਼ਤਰ ਤੋਂ, ਜਦੋਂ ਵੀ ਉਹਨੂੰ ਟਾਈਮ ਮਿਲਦਾ ਸੀ, ਮੈਂ ਰੋਣਾ ਸਟਾਰਟ ਕਰ ਦੇਣਾ। ਮੈਂ ਕਹਿਣਾ ਮੇਰਾ ਜੀਣ ਦਾ ਮਨ ਨਹੀਂ ਹੈ। ਉਹ ਕਹਿੰਦਾ ਛੱਤ ਖੁੱਲੀ ਪਈ ਹੈ ਭਾਈ, ਜਾਓ ਜੋ ਕਰਨਾ, ਜਸਟ ਟੂ ਗਿਵ ਮੀ ਦਿਸ ਸ਼ੌਕ ਕਿ ਹਾਂ ਮਤਲਬ ਹਾਂ ਇਨਫ ਇਜ਼ ਇਨਫ, ਬਹੁਤ ਹੋ ਗਿਆ। ਹਾਂ ਦੇਖੋ ਇਹ ਗੱਲ ਵੀ ਮੈਨੂੰ ਟਾਈਮ ਦੇ ਨਾਲ ਹੀ ਸਮਝ ਆਈ ਕਿ ਜੇ ਤੁਸੀਂ ਆਪਣੇ ਨਾਲ ਨਹੀਂ ਖੜੇ ਤੇ ਤੁਹਾਡੇ ਨਾਲ ਕੋਈ ਖੜਾ ਹੋਣ ਨੂੰ ਤਿਆਰ ਨਹੀਂ ਹੈ, ਚਾਹੇ ਕੋਈ ਕਿੰਨਾ ਵੀ ਕਲੋਜ਼ ਰਿਲੇਸ਼ਨ ਹੋਏ। ਦੇਖੋ ਸਭ ਦੀ ਆਪਣੀ ਲਾਈਫ ਹੈ, ਆਨਸਰੇਬਲ ਵੀ ਅਸੀਂ ਆਪਣੀ ਜ਼ਿੰਦਗੀ ਦੇ ਬਾਰੇ 'ਚ ਖੁਦ ਹੀ ਹੈਗੇ ਹਾਂ। ਜਿੱਥੇ ਵੀ ਮੈਂ ਜਾਣਾ ਹੈ ਬਾਅਦ ਵਿੱਚ, ਜਦੋਂ ਸਰੀਰ ਛੱਡਣਾ ਹੈ,
ਉੱਥੇ ਮੈਂ ਆਪਣਾ ਹਿਸਾਬ ਕਿਤਾਬ ਆਪ ਹੀ ਦੇਣਾ, ਉੱਥੇ ਕੋਈ ਪਰਿਵਾਰ ਕੋਈ ਹੈਲਪ ਕੁਝ ਨਹੀਂ, ਮਤਲਬ ਮੇਰਾ ਇਹ ਰਿਲੀਜੀਅਸ ਔਰ ਸਪਿਰਿਚੁਅਲ ਬਿਲੀਫ ਹੈ। ਸੋ ਇਹ ਗੱਲ ਉਹਨੇ ਮੇਰੇ ਦਿਮਾਗ ਵਿੱਚ ਪਾਈ ਕਿ ਇਫ ਯੂ ਆਰ ਨਾਟ ਸਟੈਂਡਿੰਗ ਵਿਦ ਯੂਅਰਸੈਲਫ ਦੈਨ ਦੇਰ ਇਜ਼ ਨੋ ਪੁਆਇੰਟ ਕਿ ਤੁਹਾਡੇ ਨਾਲ ਚਾਹੇ ਪੂਰਾ ਦੇਸ਼ ਆ ਕੇ ਖੜਾ ਹੋ ਜਾਏ, ਹੈ ਨਾ। ਸੋ ਉਹ ਗੱਲ ਮੈਨੂੰ ਜਦੋਂ ਸਮਝ ਆਉਣ ਲੱਗੀ, ਫਿਰ ਮੈਂ ਡਿਸਾਈਡ ਕੀਤਾ ਕਿ ਹਾਂ ਇਨਫ ਇਜ਼ ਇਨਫ। ਮੈਂ ਖੁਦ ਤੇ ਹਾਰ ਹੀ ਗਿਆ, ਬਟ ਜੋ ਲੋਕ ਮੈਨੂੰ ਸਪੋਰਟ ਕਰ ਰਹੇ ਆ ਉਹਨਾਂ ਦੀ ਹਾਰ ਨਹੀਂ ਮੈਂ ਹੋਣ ਦੇਣੀ, ਬਿਕੋਜ਼ ਦੈਟ ਇਜ਼ ਦਾ ਵਰਸਟ, ਬਿਕੋਜ਼ ਦੋਜ਼ ਪੀਪਲ ਹੈਡ ਹੋਪ ਕਿ ਹਾਂ ਇਹ ਕੁਝ ਕਰੇ ਜੀ। ਜੇ ਉਹ ਉਮੀਦ ਬੁੱਝ ਗਈ ਫਿਰ ਉਸ ਤੋਂ ਵੱਡਾ ਮਰਨ ਕਦੇ ਕੁਝ ਹੋ ਨਹੀਂ ਸਕਦਾ। ਸੋ ਇਸ ਕਰਕੇ ਫਿਰ ਫॉर देयर ਸੇਕ, ਫॉर ਮਾਈ ਸੇਕ, ਫॉर ਦੀ ਸੇਕ ਆਫ ਮਾਈ ਫਰੈਂਡਸ ਐਂਡ ਫੈਮਿਲੀ ਮੈਂ ਸੋਚਿਆ ਕਿ ਚਲੋ ਯਾਰ ਹੁਣ ਠੀਕ ਹੈ, ਜ਼ਿੰਦਗੀ ਤੇ ਖਤਮ ਹੈ ਹੀ ਹੈ। ਔਰ ਸੁਣਿਆ ਵੀ ਸੀ ਕਿ ਜਦੋਂ ਤੁਸੀਂ ਬਿਲਕੁਲ ਥੱਲੇ ਵੱਜਦੇ ਹੋ ਤੇ ਫਿਰ ਉੱਪਰ ਉਛਲਦੇ ਹੋ, ਬਾਉਂਸ ਹੁੰਦਾ। ਤੇ ਮੈਂ ਕਿਹਾ ਹੁਣ ਇਹ ਬਾਉਂਸ ਮੈਂ ਖੁਦ ਹੀ ਕ੍ਰੀਏਟ ਕਰਨਾ ਹੈ, ਅਦਰਵਾਈਜ਼ ਤੇ ਬਾਟਮਲੈਸ ਹੈ ਇਹ ਗੱਡਾ, ਜਿੰਨਾ ਗਿਰਨਾ ਚਾਹੁੰਦੇ ਹੋ ਗਿਰ ਜਾਓ। ਬਟ ਫਿਰ ਮੈਂ ਸੋਚਿਆ ਚਲੋ ਹੁਣ ਥੋੜਾ ਬਾਉਂਸ ਲਿਆ ਜਾਏ, ਔਰ ਬਸ ਫਿਰ ਇਹ ਟਾਈਮ ਪੀਰੀਅਡ ਦੇ ਵਿੱਚ ਕਦੇ ਤੁਸੀਂ, ਜਿਵੇਂ ਆਪਾਂ ਅਕਸਰ ਕਹਿੰਦੇ ਨੇ ਵੀ ਜਿਵੇਂ ਅੱਜ ਸਟਾਰਟਿੰਗ ਦੇ ਵਿੱਚ ਮੈਂ ਗੱਲ ਕੀਤੀ, ਪੇਸ਼ੈਂਸ ਲੈਵਲ ਬਹੁਤ ਘਟ ਗਿਆ ਬੱਚਿਆਂ ਦੇ ਵਿੱਚ। ਮੇਰੇ ਵਰਗੇ ਆ, ਮੇਰੇ ਤੋਂ ਛੋਟੇ ਆ, ਮੇਰੇ ਤੋਂ ਥੋੜੇ ਵੱਡੇ ਦੀ ਮੈਂ ਗੱਲ ਕਰਾਂ, ਬਹੁਤ ਜਲਦੀ ਕਿਸੇ ਚੀਜ਼ ਤੋਂ ਅੱਕ ਜਾਂਦੇ ਨੇ, ਗੁੱਸਾ ਬਹੁਤ ਆ ਜਾਂਦਾ, ਰੱਬ ਨੂੰ ਵੀ ਗਾਲਾਂ ਕੱਢਣ ਲੱਗ ਜਾਂਦੇ ਨੇ ਵੀ ਤੂੰ ਸਾਨੂੰ ਆਹ ਚੀਜ਼ ਨਹੀਂ ਦਿੱਤੀ, ਫਲਾਣੇ ਨੇ ਦੇਤੀ। ਅਕਸਰ ਦੇਖਿਆ ਹੈ ਕਿ ਚੰਗੇ ਮਾਰਕਸ ਆਉਂਦੇ ਹੁੰਦੇ ਨੇ 98%, 2% ਘੱਟ ਹੋਣ ਦੇ ਬਾਵਜੂਦ ਵੀ ਬੰਦਾ ਸੁਸਾਈਡ ਕਰ ਲੈਂਦਾ। ਤੁਹਾਡੇ ਨਾਲ ਇੰਨੀ ਚੀਜ਼ਾਂ ਲਾਈਫ ਦੇ ਵਿੱਚ ਹੋਈਆਂ, ਤੁਹਾਡੇ ਮਨ ਦੇ ਵਿੱਚ ਕਦੇ ਆਇਆ ਵੀ ਨਹੀਂ ਯਾਰ ਹੁਣ ਮੈਂ ਜ਼ਿੰਦਗੀ ਛੱਡ ਦੇਣੀ, ਹੁਣ ਮੈਂ ਸੁਸਾਈਡ ਕਰ 100% ਆਇਆ। ਆਈ ਡੋਂਟ ਨੋ ਮੈਂ ਕੈਮਰੇ ਤੇ ਕਹਿ ਸਕਣਾ ਨਹੀਂ, ਤਿਆਰੀ ਵੀ ਬਹੁਤ ਵਾਰੀ ਕੀਤੀ, ਬਟ ਉਹੀਓ ਮਤਲਬ ਹਾਂ ਜੋ ਡੈਸਟਨੀ 'ਚ ਲਿਖਿਆ ਹੁੰਦਾ ਹੈ, ਬਿਲਕੁਲ ਲਾਸਟ ਮੂਮੈਂਟ 'ਚ ਇੱਕ ਹਿੰਮਤ ਆ ਜਾਂਦੀ ਸੀ ਕਿ ਨਹੀਂ ਚਲੋ। ਪਹਿਲੇ ਤਾਂ ਮੈਂ ਸੋਚਿਆ ਸੀ, ਦੇਖੋ ਮੈਂ ਅੱਜ ਪਹਿਲੀ ਵਾਰੀ ਇਹ ਚੀਜ਼ ਕਨਫੈਸ ਕਰ ਰਿਹਾ, ਅਗਰ ਮੈਂ ਚੱਲਣ ਫਿਰਨ ਦੇ ਲਾਇਕ ਹੁੰਦਾ ਤੇ ਮੈਂ ਸੋਚਿਆ ਸੀ ਕਿ ਮੈਂ ਇੱਥੋਂ ਨਿਕਲ ਜਾਣਾ, ਬਿਲਕੁਲ ਆਪਣੀ ਆਈਡੈਂਟੀਟੀ ਛੱਡ ਦੇਣਾ ਪੁਰਾਣੇ ਵਾਲੀ, ਜਿਸ ਤੋਂ ਜਿਹੜੇ ਹਾਲਾਤ ਤੋਂ ਮੈਂ ਦੁਖੀ ਸੀ, ਔਰ ਕਿਤੇ ਨਵੀਂ ਜਗ੍ਹਾ ਤੇ ਜਾ ਕੇ ਇੱਕ ਨਵੀਂ ਲਾਈਫ ਸ਼ੁਰੂ ਕਰਨਾ। ਬਟ ਉਹ ਹੋ ਨਹੀਂ ਸਕਿਆ ਕਿਉਂਕਿ ਮੇਰਾ ਚੱਲਣਾ ਫਿਰਨਾ ਹੀ ਬੰਦ ਹੋ ਗਿਆ, ਸਿਹਤ ਐਸੀ ਹੋ ਗਈ ਕਿ ਉੱਥੇ ਉਸੇ ਜਗ੍ਹਾ ਤੇ ਕੈਦ ਹੋ ਕੇ ਰਹਿ ਗਿਆ। ਸੋ ਦੂਸਰਾ ਆਪਸ਼ਨ ਫਿਰ ਮੈਨੂੰ ਆਈਓ ਲੱਗਿਆ ਕਿ ਚਲੋ ਹੁਣ ਆਪਣੀ ਲਾਈਫ ਹੀ ਖਤਮ ਕਰ ਲਓ। ਬਟ ਫਿਰ ਪਤਾ ਨਹੀਂ ਕਿੱਥੋਂ ਹਰ ਵਾਰੀ ਇਹ ਲੱਗਦਾ ਸੀ ਕਿ ਨਹੀਂ, ਐਜ਼ ਆਈ ਸੈਡ ਅਰਲੀਅਰ ਕਿ ਜੋ ਮੈਨੂੰ ਲੁੱਕ ਆਫਟਰ ਕਰ ਰਹੇ ਹੈ ਉਹਨਾਂ ਤੇ ਕੀ, ਮੈਂ ਤੇ ਚਲੋ ਨਿਕਲ ਲਾਂਗਾ, ਹਾਂ ਬਾਅਦ ਵਿੱਚ ਉਹਨਾਂ ਦਾ ਕੀ ਹੋਏਗਾ, ਉਹ ਕਿੰਝ ਡੀਲ ਕਰਨਗੇ, ਉਹ ਕਿਹਨੂੰ ਜਵਾਬ ਦੇਣਗੇ, ਕਿਉਂਕਿ ਮੇਰੇ ਮਦਰ ਸੀ ਔਰ ਮੇਰੀ ਸਿਸਟਰ ਨੇ ਉਹਨਾਂ ਤੋਂ ਮੇਰੀ ਜ਼ਿੰਮੇਵਾਰੀ ਲਈ ਹੋਈ ਸੀ ਕਿ ਨਹੀਂ ਅਸੀਂ ਰੱਖਾਂਗੇ, ਅਸੀਂ ਧਿਆਨ ਰੱਖਾਂਗੇ। ਸੋ ਬਹੁਤ ਸੀਆਂ ਗੱਲਾਂ ਨੇ ਮੈਨੂੰ ਫਿਰ, ਐਂਡ ਥੈਂਕ ਗੋਡ ਕਿ ਮੈਨੂੰ ਟਾਈਮ ਰਹਿੰਦੇ ਅਕਲ ਆ ਗਈ। ਯਾਰ ਸਭ ਜਿਹੜੇ ਇਸ ਇਸ਼ੂ ਦੇ ਨਾਲ ਜੂਝ ਰਹੇ ਨੇ, ਆਈ ਵੁੱਡ ਲਾਈਕ ਟੂ ਸੁਜੈਸਟ ਕਿ ਜ਼ਿੰਦਗੀ ਤੋਂ ਪਿਆਰਾ ਹੋਰ ਕੁਝ ਵੀ ਨਹੀਂ ਹੈਗਾ, ਕੁਝ ਵੀ। ਔਰ ਜ਼ਿੰਦਗੀ ਹਮੇਸ਼ਾ ਬਦਲ ਸਕਦੇ ਹੋ, ਤੁਸੀਂ ਆਪ ਬਦਲ ਸਕਦੇ ਹੋ। ਹਾਲਾਤ ਤੋਂ ਉੱਪਰ ਉੱਠਣ ਦੀ ਪੂਰੀ ਕੋਸ਼ਿਸ਼ ਕਰੋ, ਫਿਰ ਹਾਲਾਤ ਵੀ ਤੁਹਾਡੀ ਮਦਦ ਕਰਨਗੇ, ਉਹ ਬਦਲ ਜਾਣਗੇ। ਅੱਛਾ ਦਿਨੇਸ਼ ਜੀ, ਜਦੋਂ ਉਹ ਇੱਕ ਹਨੇਰਾ ਸੀ, ਮੈਂ ਕਹਿ ਸਕਦਾ ਇੱਕ ਕੁੱਪ ਹਨੇਰਾ ਸੀ, ਬਿਲਕੁਲ ਕੋਈ ਰੌਸ਼ਨੀ ਨਹੀਂ ਸੀ ਉੱਥੇ। ਉਸ ਤੋਂ ਬਾਅਦ ਇੱਕ ਰੌਸ਼ਨੀ ਹੋਈ, ਦੀਵਾ ਜਲਿਆ ਤੇ ਦਿਨੇਸ਼ ਮੋਹਨ ਉਸ ਕਮਰੇ ਤੋਂ ਬਾਹਰ ਨਿਕਲਿਆ ਤੇ ਇੱਕ ਐਸੀ ਜ਼ਿੰਦਗੀ ਵੱਲ ਤੁਰ ਪਿਆ ਕਿ ਜਿੱਥੇ ਮੈਨੂੰ ਲੱਗਦਾ ਕੰਪੀਟੀਸ਼ਨ ਬਹੁਤ ਤਗੜਾ ਹੈ। ਅੱਜ ਕੱਲ੍ਹ ਤਾਂ ਬੰਦਾ ਹਰ ਇੱਕ ਚਾਹੁੰਦਾ ਹੈ ਕਿ ਮੇਰੀ ਫੈਨ ਫੋਲੋਇੰਗ ਹੋਵੇ, ਮੈਨੂੰ 4 ਲੋਕ ਜਾਣਨ। ਤੁਹਾਡੀ ਤਾਂ ਬੱਲੇ ਬੱਲੇ ਆ ਪੂਰੀ ਇੰਡਸਟਰੀ ਦੇ ਵਿੱਚ। ਕਿਹੜਾ ਮਾਡਲ, ਕਿਹੜਾ ਸੁਪਰ ਮਾਡਲ ਜਿਹੜਾ ਤੁਹਾਨੂੰ ਨਹੀਂ ਜਾਣਦਾ? ਫਿਰ ਇਹ ਇੰਡਸਟਰੀ ਦੇ ਵਿੱਚ ਸਟੈਪ ਇਨ ਕਿਵੇਂ ਕੀਤਾ? ਕਿ ਇੱਕ ਉਹ ਸਫ਼ਰ ਸੀ ਆਪਣੇ ਆਪ ਨੂੰ ਇੰਨਾ ਮੋਟਾ, ਤੇ ਇੱਕ ਇੱਧਰ ਹੁਣ। ਸਭ ਤੋਂ ਵੱਡੀ ਮੇਰੀ ਪ੍ਰੋਬਲਮ ਹੈ ਵੇ ਕਿ ਆਈ ਨੈਵਰ ਟਰਾਈਡ ਫॉर ਕਿ ਮੇਰੇ ਫੋਲੋਵਰਸ ਹੋਣ, ਜਾਂ ਮੈਂ ਮਾਡਲ ਬਣਾ, ਜਾਂ ਮੈਂ ਐਕਟਰ ਬਣਾ। ਮੇਰੇ ਦਿਮਾਗ ਵਿੱਚ ਕਦੀ ਇਹ ਸੀ ਨਹੀਂ, ਔਰ ਹੁਣ ਤੱਕ ਵੀ ਨਹੀਂ ਹੈ। ਮੇਰੇ ਵਾਸਤੇ ਲਾਈਫ ਜਿਹੜੀ ਹੈ ਨਾ, ਲਾਈਫ ਜੋ ਮੈਂ ਜੀ ਰਿਹਾ, ਜੋ ਮੈਂ ਸਾਹ ਲੈ ਰਿਹਾ, ਘਰੋਂ ਬਾਹਰ ਜਾ ਰਿਹਾ, ਲੋਕਾਂ ਨੂੰ ਮਿਲ ਰਿਹਾ, ਰੈਸਟੋਰਾਂਟ ਵਿੱਚ ਜਾ ਰਿਹਾ, ਪਿਕਚਰਾਂ ਦੇਖ ਰਿਹਾ, ਜਾਂ ਸ਼ਾਪਿੰਗ ਤੇ ਜਾ ਰਿਹਾ, ਜਾਂ ਸਮਾਜ ਸੇਵਾ ਦੇ ਵੀ ਬਹੁਤ ਸਾਰੇ ਕੰਮ ਮੈਂ ਕਰਨਾ, ਮੈਨੂੰ ਲੱਗਦਾ ਉਹ ਮੇਰੇ ਲਈ ਬਹੁਤ ਹੈ, ਉਹੀਓ ਬਹੁਤ ਹੈ। ਤੇ ਇਹ ਜਿਹੜਾ ਮਾਡਲਿੰਗ ਔਰ ਐਕਟਿੰਗ ਹੈ, ਦਿਸ ਇਜ਼ ਜਸਟ ਅ ਪਾਰਟ ਆਫ ਮਾਈ ਲਾਈਫ। ਸੋ ਮੈਂ ਕਦੀ ਇਹਦੇ ਵਾਸਤੇ ਇਹਦੇ ਪਿੱਛੇ ਇੰਝ ਨਹੀਂ ਭੱਜਦਾ ਜਾਂ ਫਰਸਟ੍ਰੇਟ ਹੁੰਦਾ ਕਿ ਯਾਰ ਇੱਕ ਅਸਾਈਨਮੈਂਟ। ਐਂਡ ਯਕੀਨ ਮੰਨੋ ਮੈਂ ਐਟ ਪ੍ਰੈਜ਼ੈਂਟ ਮਤਲਬ ਆਪਣੀ ਗੇਮ ਦੇ ਟੌਪ 'ਤੇ ਹਾਂ, ਬਟ ਸਟਿਲ ਜੇ ਮੈਨੂੰ 10 ਅਸਾਈਨਮੈਂਟਸ ਆਫਰ ਹੁੰਦੀਆਂ, ਉਹਨਾਂ 'ਚੋਂ 9 ਵਿੱਚੋਂ ਮੈਨੂੰ ਰਿਜੈਕਟ ਕਰ ਦਿੱਤਾ ਜਾਂਦਾ, ਬਿਕੋਜ਼ ਦਿਸ ਇਜ਼ ਅ ਕੰਪੈਟੀਟਿਵ ਇੰਡਸਟਰੀ। ਤੁਸੀਂ 4 ਕਦਮ ਚੱਲੋ, ਮੇਰੇ ਤੋਂ ਬਹੁਤ ਬੈਟਰ ਲੋਕ, ਅੱਛੇ ਐਕਟਰ, ਦੇਖਣ ਵਿੱਚ ਅੱਛੇ ਸੂਟੇਬਲ ਲੋਕ ਮਿਲ ਜਾਣਗੇ। ਜੇ ਤੁਸੀਂ ਇਸ ਚੀਜ਼ ਦਾ ਬੁਰਾ ਮੰਨ ਕੇ ਬੈਠੇ ਰਹੋਗੇ, ਫਿਰ ਤੇ ਯਾਰ ਆਪਣੇ ਆਪ ਨੂੰ, ਫਿਰ ਤੇ ਮੈਂ ਉਸੇ ਨਰਕ ਵਿੱਚ ਵਾਪਸ ਪਹੁੰਚ ਜਾਵਾਂਗਾ ਜਿੱਥੇ ਮੈਂ ਖੁਦ ਦੇ ਨਾਲ ਨਫ਼ਰਤ ਕਰਨ ਲੱਗ ਜਾਵਾਂਗਾ। ਆਈ ਲਵ ਮਾਈ ਸੈਲਫ ਸੋ ਮਚ, ਦਿਸ ਪ੍ਰੋਸੈਸ ਆਫ ਲਿਵਿੰਗ, ਕਿ ਮੈਂ ਸਾਹ ਲੈ ਰਿਹਾ, ਜ਼ਿੰਦਾ ਵਾਂ, ਫਿੱਟ ਹਾਂ। ਮੈਨੂੰ ਹੋਰ ਕਿਸੇ ਚੀਜ਼ ਦਾ ਫਰਕ ਨਹੀਂ ਪੈਂਦਾ, ਕੁਛ ਹੈ ਜਾਂ ਹੈ, ਨਹੀਂ ਹੈ ਤੇ ਨਾ ਸਹੀ, ਹੋਰ ਵੀ ਵਧੀਆ ਹੈ। ਅੱਛਾ ਭਾਜੀ, ਜਿਹੜੀ ਤੁਹਾਡੀ ਪੁਰਾਣੀ ਲੁੱਕ ਸੀ ਉਹ ਟੋਟਲੀ ਡਿਫਰੈਂਟ ਸੀ। ਉਹਦੇ ਵਿੱਚ ਤੁਸੀਂ ਮੋਟੇ ਸੀਗੇ, ਦਾੜੀ ਵੀ ਨਹੀਂ ਸੀ ਤੁਹਾਡੇ,
ਤੇ ਹੁਣ ਤੁਸੀਂ ਉਸ ਤੋਂ ਬਾਅਦ ਬੀਅਰਡ ਰੱਖੀ, ਮਸਟੈਚਿਸ ਰੱਖੀਆਂ, ਮੁੱਛਾਂ ਰੱਖ ਲਈਆਂ, ਕੁੰਡੀਆਂ ਮੁੱਛਾਂ ਰੱਖ ਲਈਆਂ। ਇਹ ਤੋਂ ਬਾਅਦ ਹੁਣ 4 ਲੋਕ ਜਾਣਦੇ ਨੇ ਤੁਸੀਂ ਮਾਡਲ ਬਣ ਗਏ, ਹੁਣ ਭੈਣ ਤੇ ਜੀਜਾ ਜੀ ਦਾ ਕੀ ਰਿਐਕਸ਼ਨ ਹੁੰਦਾ? ਕੋਈ ਰਿਐਕਸ਼ਨ ਨਹੀਂ, ਉਹਨਾਂ ਦਾ ਸੇਮ ਰਿਐਕਸ਼ਨ ਹੈ, ਚੁੱਪ ਕਰਕੇ ਬਹਿ ਜਾ ਇੱਥੇ। ਦੇ ਆਰ ਦਾ ਮੋਸਟ ਚਿਲਡ ਆਊਟ ਪਰਸਨਸ। ਉਹ ਬਹੁਤ ਘੱਟ ਮੇਰੇ ਕੰਮ ਨੂੰ ਪਸੰਦ ਕਰਦੇ ਆ, ਬਹੁਤ ਘੱਟ ਮੇਰੀ ਸਿਸਟਰ ਮੇਰੇ ਡਰੈਸਿੰਗ ਸੈਂਸ ਨੂੰ ਪਸੰਦ ਕਰਦੀ ਹੈ। ਮੈਂ ਹਰ ਵਾਰੀ ਬਾਹਰ ਨਿਕਲਣ ਤੋਂ ਪਹਿਲੇ ਉਹਨੂੰ ਪੁੱਛਣਾ, ਔਰ ਉਹ ਹਰ ਵਾਰੀ ਮੇਰੇ ਕੱਪੜੇ ਚੇਂਜ ਕਰਾਉਂਦੀ ਹੈ। ਨਹੀਂ ਬਾਈ, ਬਿਲਕੁਲ ਚੰਗਾ ਨਹੀਂ ਲੱਗ ਰਿਹਾ। ਸੋ ਆਈ ਟੈਲ ਹਰ ਕਿ ਯਾਰ ਡਿਜ਼ਾਈਨਰਸ ਨੇ ਭੇਜੇ ਆ ਕੱਪੜੇ, ਸਾਰੇ ਐਡੀ ਤਾਰੀਫ ਕਰ ਰਹੇ ਆ। ਸ਼ੀ ਸੇਜ਼ ਤੁਸੀਂ ਬੰਦੇ ਰਹੋ, ਫਿਰ ਉਹਨਾਂ ਦੇ ਹੱਥੋਂ ਬਿਕਮ ਅ ਫੂਲ। ਕਦੇ ਆਏ ਹੋਇਆ ਵੀ ਜਿਵੇਂ ਤੁਸੀਂ ਆ ਹੁਣ ਜੀਨਸ ਪਾਈਆਂ ਹੋਈਆਂ ਨੇ, ਪ੍ਰੋਪਰਲੀ ਇਹ ਸਾਰਾ ਡਿਜ਼ਾਈਨਡ ਜਿਹੜਾ ਡਿਜ਼ਾਈਨਰ ਤੁਹਾਨੂੰ ਡਿਜ਼ਾਈਨ ਕਰਕੇ ਭੇਜਦੇ ਨੇ, ਉਹ ਤੁਸੀਂ ਵੇਅਰ ਕਰਦੇ ਹੋ, ਪਾਉਂਦੇ ਹੋ? ਕਦੇ ਆਏ ਹੋਇਆ ਵੀ ਆਪਣੀ ਮਰਜ਼ੀ ਦਾ ਪਾਉਣ ਦਾ ਕਦੇ ਮਨ ਕੀਤਾ ਹੋਵੇ, ਪਰ ਉਸ ਤੋਂ ਬਾਅਦ ਡਿਜ਼ਾਈਨਰ ਕਹਿੰਦੇ ਨੇ ਨਹੀਂ ਸਰ ਤੁਸੀਂ ਆਹ ਪਾਉਣਾ ਹੈ, ਜ਼ਿਆਦਾ ਵਧੀਆ ਲੱਗੂਗਾ, ਤੁਸੀਂ ਕਿਹਾ ਨਹੀਂ ਨਹੀਂ ਮੈਂ ਤਾਂ ਆਪਣੀ ਮਰਜ਼ੀ ਦਾ ਹੀ ਪਾਊਂਗਾ? ਨਹੀਂ, ਐਸਾ ਕਦੀ ਨਹੀਂ ਹੋਇਆ। ਇਨ ਦਿਸ ਪ੍ਰੋਫੈਸ਼ਨ ਮੈਂ ਬਹੁਤ ਸੌਰਟਡ ਹੈਗਾ, ਬਹੁਤ ਹੀ ਸੌਰਟਡ ਹੈਗਾ। ਮਤਲਬ ਮੈਨੂੰ ਜੈਸੇ ਵੀ ਕੱਪੜੇ ਦਿੱਤੇ ਜਾਣ, ਜੋ ਵੀ ਆਈ ਰਿਸਪੈਕਟ ਇਟ, ਬਿਕੋਜ਼ ਬਹੁਤ ਦੇਖੋ ਕਿੰਨੀ ਆਬਾਦੀ ਹੈ ਸਾਡੇ ਦੇਸ਼ ਦੀ, ਹੈ ਨਾ, 140 ਕਰੋੜ ਇਫ ਆਈ ਐਮ ਨਾਟ ਰੋਂਗ, ਆਈ ਐਮ ਨਾਟ ਸ਼ੋਰ। ਉਹਨਾਂ 'ਚੋਂ ਕਿੰਨੇ ਲੋਕਾਂ ਨੂੰ ਇਹ ਮੌਕਾ ਮਿਲਦਾ ਹੋਏਗਾ ਕਿ ਲੋਕ ਉਹਨਾਂ ਦੇ ਘਰ 'ਚ ਕੱਪੜੇ ਡਿਜ਼ਾਈਨ ਕਰਕੇ ਭੇਜ ਰਹੇ ਆ? ਜੇ ਉਸ 'ਚ ਵੀ ਮੈਂ ਨਖਰੇ ਦਿਖਾਉਣ ਲੱਗ ਗਿਆ ਜਿਹਦੇ ਕੋਲ ਪਹਿਲੇ ਕੁਝ ਸੀ ਹੀ ਨਹੀਂ, ਸੋ ਫਿਰ ਕਿੰਜ ਕੰਮ ਚੱਲੂਗਾ? ਮੈਨੂੰ ਜੋ ਵੀ ਡਿਜ਼ਾਈਨਰ ਕਹਿੰਦੇ ਆ, ਆਈ ਐਮ ਰੈਡੀ ਟੂ ਵੀਅਰ ਇਟ। ਕਦੀ ਕੌਨਸ਼ੀਅਸਨੈਸ ਮੇਰੇ ਫੇਸ 'ਤੇ ਨਹੀਂ ਆਉਂਦੀ, ਕਦੀ ਮੈਂ ਆਪਣੇ ਆਪ ਨੂੰ ਸ਼ੋਅ ਨਹੀਂ ਕੀਤਾ ਕਿ ਹਾਂ ਇਸ ਕੱਪੜੇ 'ਚ ਮੈਂ ਕੰਫਰਟੇਬਲ ਨਹੀਂ ਹੈਗਾ। ਮੈਨੂੰ ਹੁਣੇ ਰੀਸੈਂਟਲੀ ਇੱਕ ਫੈਸ਼ਨ ਸ਼ੋਅ ਵਿੱਚ ਮੈਂ ਅੱਜ ਤੱਕ ਕਦੀ ਆਪਣੀ ਚੈਸਟ ਨਹੀਂ ਰਿਵੀਲ ਕੀਤੀ, ਅਪਰ ਬਾਡੀ ਰਿਵੀਲ ਨਹੀਂ ਕੀਤੀ, ਬਟ ਮੈਨੂੰ ਬਿਲਕੁਲ ਟਰਾਂਸਪੇਰੈਂਟ ਸ਼ਰਟ ਦੇ ਵਿੱਚ ਚੱਲਣ ਵਾਸਤੇ ਕਿਹਾ ਗਿਆ, ਐਂਡ ਮੈਂ ਬਿਲਕੁਲ ਉਸ ਹਿਸਾਬ ਨਾਲ ਫਿੱਟ ਨਹੀਂ ਹੈਗਾ, ਬਿਕੋਜ਼ 135 ਕਿਲੋ ਵੇਟ ਸੀ, ਔਰ ਇੱਕ ਜਿਹੜੀ ਯੰਗ ਲੋਕਾਂ ਦੀ ਫਿਜ਼ੀਕ ਹੁੰਦੀ ਹੈ ਉਹ ਮੇਰੀ ਨਹੀਂ ਹੈ ਨਾ, ਬਟ ਮੈਂ ਕੀਤਾ ਉਹ, ਔਰ ਦਿਲ ਧੜਕਦਾ ਰਿਹਾ ਕਿ ਯਾਰ ਬਟ ਠੀਕ ਹੈ, ਯੂ ਹੈਵ ਟੂ ਡੂ ਯੋਰ ਜੌਬ, ਯੂ ਹੈਵ ਟੂ ਬੀ ਫੋਕਸਡ, ਦੈਟ ਇਜ਼ ਦ ਥਿੰਗ। ਜਦ ਆਪਾਂ ਨਾ ਕੋਈ ਇੱਕ ਡਿਫਰੈਂਟ ਲੀਹ 'ਤੇ ਤੁਰਦੇ ਹਾਂ, ਇੱਕ ਅਲੱਗ ਪਾਥ 'ਤੇ ਤੁਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਬਹੁਤ ਚੀਜ਼ਾਂ ਆਉਂਦੀਆਂ ਨੇ, ਕਈ ਵਾਰ ਰਿਸ਼ਤੇਦਾਰਾਂ ਵੱਲੋਂ, ਨਾਲ ਦੇ ਫਰੈਂਡਸ ਵੱਲੋਂ, ਤੁਹਾਡੇ ਆਪਣੇ ਸਕਿਆਂ ਵੱਲੋਂ, ਕਈ ਵਾਰ ਇੱਦਾਂ ਦੀ ਪੁਆਇੰਟ ਆਊਟਸ ਕਹੀਏ, ਤੁਹਾਨੂੰ ਪਿੰਚ ਕੀਤੀਆਂ ਹੁੰਦੀਆਂ ਗੱਲਾਂ ਕਹੀ ਜਾਂਦੀਆਂ ਨੇ, ਆਪਾਂ ਟੋਂਟ ਕਹਿ ਦਿੰਦੇ ਹਾਂ ਅਕਸਰ ਪੰਜਾਬੀ ਦੇ ਵਿੱਚ, ਟੋਂਟ ਮਾਰੇ ਜਾਂਦੇ ਨੇ, ਆਹ ਦੇਖੀ ਕਿਹੜੀ ਉਮਰ ਦੇ ਵਿੱਚ ਹੁਣ ਆਹ ਕੀ ਕੰਮ ਕਰਨ ਲੱਗਿਆ, ਆਹ ਕੱਪੜੇ ਦੇਖ ਇਹਦੇ ਕਿਹੋ ਜਿਹੇ ਪਾਉਂਦਾ। ਤੁਹਾਨੂੰ ਕਦੇ ਇਹ ਚੀਜ਼ਾਂ, ਇਹ ਕਦੇ ਕਨਵਰਸੇਸ਼ਨ, ਕਦੇ ਟੋਂਟ ਸੁਣੇ ਨੇ ਕਦੇ ਜ਼ਿੰਦਗੀ ਦੇ ਵਿੱਚ? ਜੀ ਬਿਲਕੁਲ, ਸ਼ੁਰੂ ਵਿੱਚ ਬਹੁਤ ਸੁਣਨ ਨੂੰ ਮੈਨੂੰ ਮਿਲੇ, ਜਦੋਂ ਮੈਂ ਜ਼ਿਆਦਾ ਪਪੂਲਰ ਨਹੀਂ ਸੀ ਔਰ ਕੋਸ਼ਿਸ਼ ਕਰ ਰਿਹਾ ਸੀ ਕਿ ਮੇਰਾ ਨਾਂ ਥੋੜ੍ਹਾ ਜਿਹਾ ਐਸਟੈਬਲਿਸ਼ ਹੋਏ ਐਜ਼ ਅ ਮਾਡਲ ਐਂਡ ਐਕਟਰ, ਔਰ ਬਹੁਤ ਡਿਫਰੈਂਟ ਕੰਮ ਮੇਰੀ ਲੁੱਕ ਦੀ ਵਜ੍ਹਾ ਨਾਲ ਮੈਨੂੰ ਆਫਰ ਹੁੰਦਾ ਸੀ। ਮਤਲਬ ਇੱਕ ਕਨਵੈਨਸ਼ਨਲ ਜਿਹੜੇ ਰੋਲਸ ਹੈ ਮੇਰੀ ਏਜ ਗਰੁੱਪ ਦੇ, ਉਹ ਮੈਨੂੰ ਕਦੀ ਆਫਰ ਹੋਏ ਨਹੀਂ ਕਿ ਇਹਨੂੰ ਦਾਦਾ ਬਣਾ ਕੇ ਬਿਠਾ ਦਿਓ, ਮਾਲਾ ਫੜਾ ਕੇ ਹੱਥ 'ਚ, ਔਰ ਉਹ ਸਭ ਤੋ ਇਸ ਕਰਕੇ ਘਰ ਵਾਲੇ ਵੀ ਕਹਿੰਦੇ ਸੀ, ਮਤਲਬ ਨਾਟ ਮਾਈ ਸਿਸਟਰ ਐਂਡ ਬ੍ਰਦਰ ਇਨ ਲਾ, ਬਟ ਹੋਰ ਰਿਲੇਸ਼ਨਸ ਮੈਨੂੰ ਕਹਿੰਦੇ ਸੀ ਕਿ ਹਾਂ ਕੀ ਕਰ ਰਹੇ ਹੋ, ਪਤਾ ਨਹੀਂ ਕੀ ਫਿਰ ਫਰਸਟ੍ਰੇਟ ਨਾ ਹੋ ਜਾਣਾ, ਫੇਲਿਓਰ ਨਾ ਹੋ ਜਾਣਾ। ਸੋ ਇਸ ਹਿਸਾਬ ਨਾਲ ਮਤਲਬ ਵੈਲ ਵਿਸ਼ਰ ਤੇ ਸੀ ਉਹ ਮੇਰੇ, ਪਰ ਮੈਂ ਲਾਈਫ ਵਿੱਚ ਇੱਕ ਗੱਲ ਬੜੀ ਜਲਦੀ ਸਿੱਖ ਲਈ ਸੀ ਕਿ ਅਗੇਨ ਉਹੀ ਹੋ ਕਿ ਜੇ ਮੇਰੀ ਆਤਮਾ ਕਹਿ ਰਹੀ ਹੈ ਨਾ ਮੈਂ ਕੁਝ ਕਰਨਾ ਹੈ, ਤੇ ਮੈਂ ਉਹ ਕੰਮ ਕਰਕੇ ਰਹਿਣਾ, ਚਾਹੇ ਸਾਰੀ ਦੁਨੀਆ ਉਸ ਦੇ ਅਗੇਂਸਟ ਖੜੀ ਹੋਏ। ਜੇ ਮੈਨੂੰ ਉੱਪਰ ਵਾਲੇ ਦੀ ਆਵਾਜ਼ ਆਈ ਹੈ ਨਾ ਕਿ ਨਹੀਂ ਭਾਈ ਦਿਸ ਯੂ ਹੈਵ ਟੂ ਡੂ, ਸੋ ਆਈ ਵਿਲ ਡੂ ਦੈਟ। ਸੋ ਆਈ ਡੋਂਟ ਕੇਅਰ ਲੋਕ ਕੀ ਕਹਿੰਦੇ ਆ, ਜਾਂ ਰਿਸ਼ਤੇਦਾਰ ਵੀ, ਜਾਂ ਕਲੋਜ਼ੈਸਟ ਲੋਕ ਵੀ ਕੀ ਕਹਿੰਦੇ ਆ, ਆਈ ਨੈਵਰ ਕੇਅਰ ਅਬਾਊਟ ਦੈਟ। ਤੁਸੀਂ ਇਸ ਉਮਰ ਦੇ ਵਿੱਚ ਫੇਮਸ ਹੋਏ ਹੋ ਕਿ ਮੈਨੂੰ ਲੱਗਦਾ ਜਿਹੜੀ ਉਮਰ ਦੇ ਵਿੱਚ ਤਾਂ ਅਕਸਰ ਪੰਜਾਬ ਦੇ ਵਿੱਚ ਤਾਂ ਲੋਕ ਘਰਾਂ 'ਤੇ ਬੈਠੇ ਹੁੰਦੇ ਨੇ ਵੀ ਲੈ ਬਈ ਹੁਣ ਸਾਰੀ ਜ਼ਿੰਦਗੀ ਦੀ ਕਮਾਈ ਕਰ ਲਈ, ਰਿਟਾਇਰ ਹੋ ਗਏ, ਹੁਣ ਬਸ ਘਰੇ ਰਹਾਂਗੇ। ਬਹੁਤ ਮੌਜ ਵਾਲੀ ਸਥਿਤੀ ਹੈ ਉਹ, ਇੰਜੋਏ ਕਰੋ, ਬੱਚਿਆਂ ਦੀ ਕਮਾਈ ਦੇ ਉੱਪਰ ਆਪਣਾ ਮੌਜ ਕਰੋ, ਵਾਈ ਨਾਟ। ਮੈਂ ਕਿਸੇ ਨੂੰ ਆਪਣੇ ਨਾਲ ਕੰਪੇਅਰ ਨਹੀਂ ਕਰਦਾ, ਕਿਸੇ ਨੂੰ ਜੱਜ ਨਹੀਂ ਕਰਦਾ। ਲੋਕਾਂ ਨੇ ਦੇਖੋ ਸਾਰੀ ਉਮਰ ਬਹੁਤ ਮਿਹਨਤ ਕੀਤੀ ਹੈ, ਔਰ ਫਿਰ ਇਸ ਏਜ 'ਤੇ ਆ ਕੇ ਮੈਂ ਤੇ ਬਹੁਤ ਜਲਦੀ ਜੌਬ ਛੱਡ ਦਿੱਤੀ ਸੀ, ਡਿਪਰੈਸ਼ਨ ਵਿੱਚ ਚਲਾ ਗਿਆ, ਐਡੇ ਸਾਲ ਬਿਲਕੁਲ ਇੱਕ ਵੈਜੀਟੇਟਿਵ ਸਟੇਟ ਵਿੱਚ ਰਿਹਾ। ਸੋ ਇਸ ਕਰਕੇ ਮੈਂ ਹੁਣ ਪਹਿਲਾਂ ਕੰਮ ਕੀ ਕਰਦੇ ਸੀ? ਮੈਂ ਆਫਿਸਰ ਸੀ, ਹਾਂਜੀ, ਹਰਿਆਣਾ ਗਵਰਨਮੈਂਟ ਵਿੱਚ। ਉਹਦੇ ਵਿੱਚ ਜੀ, ਹਰਿਆਣਾ ਗਵਰਨਮੈਂਟ? ਜੀ ਹਰਿਆਣਾ ਗਵਰਨਮੈਂਟ ਵਿੱਚ, ਯੈਸ। ਹੁਣ ਅੱਛਾ ਮੈਨੂੰ ਇੱਕ ਸਵਾਲ ਦੱਸੋ, ਮੇਰੇ ਮਨ ਦੇ ਵਿੱਚ ਬਾਰ-ਬਾਰ ਹੀ ਆ ਜਾਂਦਾ, ਇੱਕ ਉਹ ਜ਼ਿੰਦਗੀ ਸੀ, ਇੱਕ ਹੁਣ ਦੀ ਜ਼ਿੰਦਗੀ ਹੈ। ਕਦੇ ਸੋਚਿਆ ਵੀ ਹੁਣ, ਕਿਉਂਕਿ ਕਈ ਵਾਰ ਬੰਦਾ ਰਾਤ ਨੂੰ ਜਦ ਇਕੱਲਾ ਹੁੰਦਾ ਜਾਂ ਦਿਨ ਦੇ ਵਿੱਚ ਇਕੱਲਾ ਹੁੰਦਾ ਤਾਂ ਆਪਣੇ ਆਪ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ, ਅੱਛਾ ਵੀ ਦਿਨੇਸ਼ ਯਾਰ ਇੱਕ ਟਾਈਮ ਉਹ ਸੀ ਵੀ ਤੂੰ ਇੱਥੇ ਬੈਠਾ ਹੁੰਦਾ ਸੀ, ਆਹ ਬੈੱਡ ਹੁੰਦਾ ਸੀ, ਇੱਥੇ ਜੇ ਤੂੰ ਬਸ ਇੱਥੇ ਹੀ ਆਪਣੀ ਜ਼ਿੰਦਗੀ ਬਣਾ ਲਈ ਸੀ, ਆਹ ਚਾਰ ਦੀਵਾਰੀ ਤੇਰੀ ਦੁਨੀਆ ਬਣ ਚੁੱਕੀ ਸੀ, ਤੇ ਅੱਜ ਉਹੀ ਦੁਨੀਆ ਐਡੀ ਵੱਡੀ ਹੋ ਗਈ ਕਿ ਮੈਨੂੰ ਲੱਗਦਾ ਪੂਰੀ ਦੁਨੀਆ ਦੇ ਵਿੱਚ ਤੁਹਾਨੂੰ ਲੋਕ ਜਾਣਦੇ ਨੇ, ਪਹਿਚਾਣਦੇ ਨੇ। ਕਦੇ ਸੋਚਿਆ ਵੀ ਇੱਕ ਆਹ ਵੀ ਟਾਈਮ ਸੀ ਮੇਰੇ 'ਤੇ ਆਇਆ ਹੋਇਆ? ਬਿਲਕੁਲ, ਔਰ ਰੋਜ਼ ਸੋਚਣਾ
एवरी डे वैन एवर आई डू समथिंग न्यू, जैसे कोई रिजॉर्ट वाले मैनू फ्री स्टे वास्ते बुलान, या किसी रेस्टोरेंट वाले कहते हैं कि आके साडा फूड ट्राई करो, या मतलब छोटिया छोटिया चीज़ां, या इफ़ आई वॉक इनटू सम शॉप ਇੱਥੇ ਇਲਾਂਟੇ 'ਚ ਹੀ ਹੁਣੇ ਤੁਸੀਂ ਮੇਰੇ ਨਾਲ ਚੱਲੋ, ਮੇਰੇ ਤੋਂ ਕੋਈ ਬਿੱਲ ਲੈਣ ਨੂੰ ਤਿਆਰ ਹੀ ਨਹੀਂ ਹੁੰਦਾ, ਚਾਹੇ ਕੋਈ ਵੀ ਆਊਟਲੈਟ ਹੋਏ। ਸੋ ਬਿਲਕੁਲ ਯਾਦ ਆਉਂਦਾ ਹੈ ਕਿ ਯਾਰ ਕਦੀ ਹਮੇਸ਼ਾ ਪੈਸੇ ਗਿਣੀਦਾ ਸੀ ਕਿ ਯਾਰ ਅਫੋਰਡ ਕਰ ਸਕਾਂਗਾ ਜਾਂ ਨਹੀਂ ਕਰ ਸਕਾਂਗਾ, ਜਾਂ ਮੰਗਣੇ ਪੈਣਗੇ ਸਿਸਟਰ ਤੋਂ ਜਾਂ ਬ੍ਰਦਰ ਇਨ ਲਾਅ ਤੋਂ ਕਿ ਯਾਰ ਕੋਈ ਚੀਜ਼ ਲੈਣੀ ਹੈ, ਹਾਲਾਂਕਿ ਉਹਨਾਂ ਨੇ ਮੈਨੂੰ ਕਦੀ ਇੰਝ ਨਹੀਂ ਮਹਿਸੂਸ ਕਰਾਇਆ। ਸੋ ਉਹ ਕੰਪੈਰੀਜ਼ਨ ਤੇ ਦਿਮਾਗ ਵਿੱਚ ਚੱਲਦਾ ਹੈ ਕਿ ਯਾਰ ਯੂ ਆਰ ਲੱਕੀ ਔਰ ਵਾਟ। ਸੋ ਵਾਰੀ ਵਾਰੀ ਆਪਣੇ ਆਪ ਨੂੰ ਪਿੰਚ ਕਰਨਾ ਕਿ ਯਾਰ ਡ੍ਰੀਮ ਤਾਂ ਨਹੀਂ ਚੱਲ ਰਿਹਾ ਕਿਤੇ। ਅੱਛਾ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਥੋੜ੍ਹੀ ਦੇਰ ਪਹਿਲਾਂ ਹੀ ਕਿ ਕਈ ਵਾਰ ਲੋਕ ਟੋਂਟ ਮਾਰਦੇ ਨੇ, ਕਈ ਲੋਕ ਐਸੇ ਵੀ ਹੁੰਦੇ ਨੇ ਜਦ ਬੰਦਾ ਕੋਈ ਅਲੱਗ ਕੰਮ ਸ਼ੁਰੂ ਕਰ ਦਿੰਦਾ ਉਦੋਂ ਟੋਂਟ ਵੱਜਦੇ ਨੇ, ਆ ਲੈ ਇਹਨੇ ਕੀ ਕਰਨਾ, ਇੱਥੇ ਹੀ ਰਹਿ ਜਾਣਾ, ਵੇਖ ਲਈ ਇੱਥੇ ਹੀ ਆ, ਗਰੰਟੀ ਮੈਂ ਨਾ ਸ਼ਰਤ ਲਾ ਲਾ, ਇੱਦਾਂ ਕਹਿ ਦਿੰਦੇ ਨੇ। ਪਰ ਜਦ ਬੰਦਾ ਸਕਸੈਸਫੁਲ ਹੋ ਜਾਂਦਾ, ਉਹ ਟੀਚੇ 'ਤੇ ਪਹੁੰਚ ਜਾਂਦਾ, ਫਿਰ ਉਹੀ ਲੋਕ ਕਹਿੰਦੇ ਨੇ ਯਾਰ ਸਾਡੇ ਬੱਚੇ ਨੂੰ ਵੀ ਕੁਝ ਸਿਖਾਓ। ਤੁਹਾਡੇ ਨਾਲ ਵੀ ਇੱਦਾਂ ਦੇ ਹੋਏ ਹੁਣ? ਬਿਲਕੁਲ ਹੋਇਆ। ਜਿਹੜੇ ਰਿਸ਼ਤੇਦਾਰ ਦੂਰ ਦੂਰ ਦੇ ਜਿਹੜੇ ਆਪਣੇ ਕਿਸੇ ਫੰਕਸ਼ਨ ਵਿੱਚ ਨਹੀਂ ਮੈਨੂੰ ਬੁਲਾਉਂਦੇ ਸੀ ਕਿ ਯਾਰ ਕੌਣ ਇਹਨੂੰ ਸੰਭਾਲੇਗਾ, ਆਪਣੀ ਰੂ ਲੈ ਕੇ ਆ ਜਾਏਗਾ ਸਾਡੇ ਮਾਹੌਲ ਨੂੰ ਖਰਾਬ ਕਰਨ, ਉਹ ਹੁਣ ਮਤਲਬ ਮੈਸੇजेस ਆਉਂਦੇ ਆ ਮੇਰੇ ਕੋਲ ਕਿ ਸਾਡੇ ਫਲਾਣੇ ਦਾ ਵਿਆਹ ਹੈਗਾ, ਤੁਹਾਡੇ ਵਾਸਤੇ ਬਿਲਕੁਲ ਸਭ ਤੋਂ ਫਸਟ ਕਲਾਸ ਕਮਰਾ ਤਿਆਰ ਕਰਵਾ ਦਿੱਤਾ ਹੈ, ਔਰ ਪਲੀਜ਼ ਸਾਨੂੰ ਸਾਰੀ ਕਮਿਟਮੈਂਟਸ ਛੱਡ ਕੇ ਤੁਸੀਂ ਸਾਡੇ। ਸੋ ਆਈ ਰਿਸਪੈਕਟ ਦੈਟ ਆਲਸੋ। ਠੀਕ ਹੈ, ਵਕਤ ਦੀ ਗੱਲ ਹੈ ਯਾਰ, ਹੈ ਨਾ। ਕਿਆ ਪਾਸ ਨੂੰ ਲੈ ਕੇ ਕੀ ਲੋਕਾਂ ਦੇ ਅਗੇਂਸਟ ਇਸ ਚੀਜ਼ ਨੂੰ ਦਿਲ ਵਿੱਚ ਹੋਲਡ ਕਰਨਾ। ਵਨ ਸ਼ੁੱਡ ਫੋਰਗਿਵ, ਫੋਰਗੈਟ ਐਂਡ ਕੈਰੀ ਔਨ। ਜਿਹਦੇ ਨਾਲ ਰਿਲੇਸ਼ਨ ਸੁਧਰ ਸਕਣ ਉਹ ਜ਼ਰੂਰ ਸੁਧਾਰ ਲੈਣੇ ਚਾਹੀਦੇ ਆ। ਹੁਣ ਤੱਕ ਭਾਜੀ ਕੋਈ ਐਸਾ ਸੁਪਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਰਹਿ ਗਿਆ ਹੋਵੇ ਵੀ ਤੁਹਾਨੂੰ ਲੱਗਦਾ ਵੀ ਹੁਣ ਮੈਂ ਆਹ ਗੋਲ ਤੇ ਪਹੁੰਚ ਕੇ ਰਹਿਣਾ, ਕਿਉਂਕਿ ਉਦੋਂ ਗੋਲ ਕੁਝ ਹੋਰ ਸੀ ਜਦ ਤੁਸੀਂ ਇੱਕ ਆਫੀਸਰ ਸੀਗੇ, ਹਰਿਆਣਾ ਗਵਰਨਮੈਂਟ ਦੇ ਵਿੱਚ ਕੰਮ ਕਰਦੇ ਸੀਗੇ, ਹੁਣ ਤੁਹਾਡਾ ਟੀਚਾ ਕੁਝ ਹੋਰ ਹੈ। ਹੁਣ ਗੋਲ ਕੀ ਹੈ ਜ਼ਿੰਦਗੀ ਦੇ ਵਿੱਚ? ਮੇਰਾ ਸਭ ਤੋਂ ਵੱਡਾ ਗੋਲ ਜ਼ਿੰਦਗੀ ਦਾ ਇਹੀ ਹੋਇਆ ਕਿ ਇੱਕੋ ਹੀ ਗੋਲ ਹੈ ਕਿ ਜੇ ਮੈਂ ਜਾਵਾਂ ਦੁਨੀਆ ਤੋਂ ਤੇ ਕੰਮ ਕਰਦੇ ਹੋਏ ਜਾਵਾਂ, ਐਂਡ ਦੂਸਰਾ ਮੇਰੇ ਚਿਹਰੇ ਤੇ ਸਮਾਈਲ ਹੋਣੀ ਚਾਹੀਦੀ ਹੈ। ਯਾ ਭਾਜੀ ਅੱਜ ਦੀ ਜ਼ਿੰਦਗੀ ਦੇ ਵਿੱਚ ਨਾ ਲੋਕ ਨਿਰਾਸ਼ ਬਹੁਤ ਜਲਦੀ ਹੋ ਜਾਂਦੇ ਨੇ। ਤੁਹਾਡੀ ਤਾਂ ਉਮਰ ਬਹੁਤ ਜ਼ਿਆਦਾ ਹੈ, ਮੇਰੀ ਉਮਰ ਦੇ ਆ, ਮੇਰੇ ਤੋਂ ਵੀ ਛੋਟੇ ਬੱਚੇ ਜਿਹੜੇ ਨੇ ਨਾ ਉਹ ਵੀ ਬਹੁਤ ਜਲਦੀ ਡਿਪਰੈਸ਼ਨ 'ਤੇ ਜਾ ਰਹੇ ਨੇ। ਇਹ ਬਹੁਤ ਸੈਂਸਿਟਿਵ ਮੁੱਦਾ ਮੈਂ ਕਹਿ ਸਕਦਾ। ਬਹੁਤ ਜਲਦੀ ਕਿਸੇ ਚੀਜ਼ ਨੂੰ ਆਪਣੇ ਦਿਮਾਗ 'ਤੇ ਫਿੱਟ ਕਰ ਲੈਂਦੇ ਨੇ, ਬਸ ਉਹਨੂੰ ਰਿਕੋਇਲ ਕਰਦੇ ਰਹਿੰਦੇ ਨੇ, ਬਾਰ-ਬਾਰ ਸੋਚੀ ਜਾਂਦੇ ਨੇ ਮੈਂ ਕੀ ਕਰੂੰ, ਹੁਣ ਮੇਰੇ ਕੋਲ ਬਚਿਆ ਕੁਛ ਨਹੀਂ, ਹੁਣ ਮੈਂ ਕਿੱਦਾਂ ਜ਼ਿੰਦਗੀ ਬਤੀਤ ਕਰੂੰਗਾ। ਤੁਸੀਂ ਇੱਕ ਐਸਾ ਲਾਈਫ ਟਾਈਮ ਸਪੈਂਡ ਕਰਕੇ ਇੱਕ ਲੋਕਾਂ ਨੂੰ ਇੱਕ ਰੋਸ਼ਨੀ ਦੀ ਕਿਰਨ ਦਿਖਾਈ ਹੈ, ਇੰਸਪੀਰੇਸ਼ਨ ਬਣੇ ਹੋ ਲੋਕਾਂ ਵਾਸਤੇ। ਉਹਨਾਂ ਲੋਕਾਂ ਵਾਸਤੇ ਕੋਈ ਸੁਨੇਹਾ ਹੋਵੇ ਜਿਹੜੇ ਜ਼ਿੰਦਗੀ ਤੋਂ ਬਹੁਤ ਛੇਤੀ ਹਾਰ ਜਾਂਦੇ ਨੇ ਜਾਂ ਛੇਤੀ ਸਾਹ ਛੱਡ ਦਿੰਦੇ ਨੇ ਵੀ ਨਹੀਂ ਹੁਣ ਮੇਰੀ ਜ਼ਿੰਦਗੀ ਦੇ ਵਿੱਚ ਹੋਰ ਕੁਝ ਕਰਨ ਨੂੰ ਬਚਿਆ ਹੀ ਨਹੀਂ। ਦੇਖੋ, ਮੈਂ ਜੋ ਆਪਣੀ ਲਾਈਫ ਵਿੱਚ ਐਕਸਪੀਰੀਅੰਸ ਕੀਤਾ ਹੈ ਇਸ ਬਿਮਾਰੀ ਦੇ ਨਾਲ ਜਿਹੜੀ ਮੇਰੀ ਸਟਰਗਲ ਰਹੀ ਹੈ, ਮੈਂ ਇੱਕੋ ਗੱਲ ਰਿਅਲਾਈਜ਼ ਕੀਤੀ ਕਿ ਕਮਿਊਨੀਕੇਸ਼ਨ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਹੈ। ਚਾਹੇ ਤੁਹਾਨੂੰ ਕਿੰਨਾ ਹੀ ਇਕੱਲਾਪਨ ਲੱਗੇ, ਆਈ ਐਮ ਸ਼ੋਰ ਹਰ ਕਿਸੇ ਦੀ ਲਾਈਫ ਵਿੱਚ ਕੋਈ ਨਾ ਕੋਈ ਰਿਸ਼ਤੇਦਾਰ ਜਾਂ ਦੋਸਤ ਜਾਂ ਕੋਈ ਹਮਸਫਰ ਜਾਂ ਕੋਈ ਹਮਦਮ ਐਸਾ ਜ਼ਰੂਰ ਹੁੰਦਾ ਹੈ ਜਿਹੜੀ ਤੁਹਾਡੇ ਗੱਲ। ਸੋ ਆਪਣੇ ਅੰਦਰ ਪਲੀਜ਼ ਘੁੱਟ ਕੇ ਨਾ ਬੈਠੋ, ਤੁਸੀਂ ਗੱਲ ਕਰੋ। ਚਾਹੇ ਲੋਕ ਦੇਖੋ ਇੱਕ ਵਾਰੀ ਮਜ਼ਾਕ ਉਡਾਉਣਗੇ, ਦੋ ਵਾਰੀ ਨਹੀਂ ਸੁਣਨਗੇ, ਬਟ ਦਿਲ ਬੀ ਸਮਬਡੀ ਆਊਟ ਆਫ 100 who will take you seriously, ਐਂਡ ਉਹ ਫਿਰ ਤੁਹਾਨੂੰ ਹੋ ਸਕਦਾ ਕੋਈ ਸਲਾਹ ਦੇ ਦੇ ਜਾਂ ਤੁਹਾਡੇ ਗੱਲ ਦਾ ਗੁਬਾਰ, ਇੱਕ ਮਨ ਦਾ ਗੁਬਾਰ ਨਿਕਲ ਜਾਏ ਤੇ ਉਹਦੇ ਨਾਲ ਵੀ ਬੜੀ ਸ਼ਾਂਤੀ ਮਿਲ। ਤੋ ਹੋਪ ਜਿਹੜੀ ਹੈ ਨਾ ਆਪਾਂ ਉਹ ਬਿਲਕੁਲ ਲੂਜ਼ ਨਹੀਂ ਕਰਨੀ ਹੈ। ਜ਼ਿੰਦਗੀ ਕਦੀ ਵੀ ਬਦਲ ਸਕਦੀ ਹੈ। ਮੇਰੀ ਐਗਜ਼ਾਮਪਲ ਸਭ ਦੇ ਸਾਹਮਣੇ ਹੈ। ਮੈਂ 57 ਸਾਲ ਦੀ ਏਜ ਤੇ ਮਾਡਲਿੰਗ ਐਕਟਿੰਗ ਸਟਾਰਟ ਕੀਤੀ, ਅੱਜ 63 ਸਾਲ ਦਾ ਤੁਹਾਡੇ ਸਾਹਮਣੇ ਆ। ਜ਼ਿੰਦਗੀ ਮੇਰੀ ਟੋਟਲੀ ਬਦਲ ਚੁੱਕੀ ਹੈ, ਔਰ ਸਭ ਤੋਂ ਵੱਡਾ ਮੈਨੂੰ ਸਕੂਨ ਆਈ ਹੈ ਕਿ ਜੇ ਮੇਰੀ ਐਗਜ਼ਾਮਪਲ ਦੇਖ ਕੇ ਲੋਕਾਂ ਦੀ ਜ਼ਿੰਦਗੀ ਬਦਲ ਜਾਏ, ਇਸ ਤੋਂ ਵੱਡੀ ਕੋਈ ਗੱਲ ਹੀ ਨਹੀਂ ਹੈ। ਅੱਛਾ, ਬਿਲਕੁਲ ਆਖਰੀ ਸਵਾਲ। ਉਹ ਕਹਿੰਦੇ ਨੇ ਵੀ ਜੇ ਬੰਦ ਹੀਰੇ ਦੀ ਪਰਖ ਇੱਕ ਜੌਹਰੀ ਨੂੰ ਹੁੰਦੀ ਹੈ, ਤੇ ਜੇ ਜੌਹਰੀ ਤੋਂ ਇੱਕ ਹੀਰਾ ਹੀ ਖੋਲ੍ਹਿਆ ਜਾਵੇ ਉਹਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਮੰਨ ਲਓ ਦਿਨੇਸ਼ ਮੋਹਨ ਤੋਂ ਜਿਹੜੀ ਸੁਪਰ ਮਾਡਲ ਦੀ ਹੁਣ ਜ਼ਿੰਦਗੀ ਹੈ ਇੰਡਸਟਰੀ ਦੀ, ਇਹ ਮੰਨ ਲਓ ਰੱਬ ਨਾ ਕਰੇ ਕਦੇ ਇਹ ਚੀਜ਼ ਖੋਲ੍ਹ ਹੀ ਜਾਂਦੀ ਹੈ, ਫਿਰ ਦਿਨੇਸ਼ ਮੋਹਨ ਕੀ ਕਰੂਗਾ? ਇਟਸ ਵੈਰੀ ਡਿਫਿਕਲਟ, ਕਿਉਂਕਿ ਓਰੀਜਨਲ ਜਿਹੜਾ ਓਰੀਜਨਲ ਹੀ ਹੁੰਦਾ। ਇਹ ਉਪਾਧੀਆਂ ਔਰ ਸਟੇਟਸ ਔਰ ਇਹ ਸਭ ਤੇ ਜਾਣਗੇ। ਦਿਨੇਸ਼ ਮੋਹਨ ਵਿਲ ਆਲਵੇਜ਼ ਬੀ ਦਿਨੇਸ਼ ਮੋਹਨ, ਆਪਣੇ ਆਪ ਵਿੱਚ ਖੁਸ਼ ਹਮੇਸ਼ਾ। ਐਂਡ ਟਰਸਟ ਮੀ, ਬਹੁਤ ਸਾਰੀਆਂ ਕਾਪੀਆਂ ਲਾਂਚ ਹੋਈਆਂ ਇੰਡਸਟਰੀ ਦੇ ਵਿੱਚ। ਮੇਰੀ ਲੁੱਕ ਨੂੰ ਲੈ ਕੇ ਬਹੁਤ ਲੋਕ ਜਿਹੜਾ ਉਹਨਾਂ ਦੇ ਘਰ ਵੀ ਚੱਲ ਰਹੇ ਆ ਥੋੜ੍ਹੇ ਬਹੁਤ। ਹੁਣ ਕਈ ਲੋਕ ਐਸੇ ਆ ਜਿਹੜੇ ਪੋਜ਼ ਹੀ ਦਿਨੇਸ਼ ਮੋਹਨ ਕਰਕੇ ਜਾਂਦੇ ਆ ਈਵੈਂਟਸ ਵਿੱਚ, ਔਰ ਉੱਥੋਂ ਮੈਨੂੰ ਲੋਕ ਟੈਗ ਕਰਦੇ ਆ ਫੋਟੋਜ਼ ਕਿ ਸਰ ਤੁਸੀਂ ਸਾਡੇ ਈਵੈਂਟਸ ਵਿੱਚ ਆਏ। ਮੈਂ ਕਿਸੇ ਨੂੰ ਕੰਟਰਾਡਿਕਟ ਨਹੀਂ ਕਰਦਾ, ਬਿਕੋਜ਼ ਇਟਸ ਵੈਰੀ ਗੁੱਡ, ਦਿਸ ਇਜ਼ ਵੈਰੀ ਗੁੱਡ ਕਿ ਐਡੀ ਇੱਕ ਉਮੀਦ ਲੋਕਾਂ ਨੂੰ ਮਿਲਦੀ ਹੈ ਕਿ ਹਾਂਜੀ। ਸੋ ਵਧੀਆ ਸਟੇਟਸ ਜਿਹੜਾ ਦਿਨੇਸ਼ ਮੋਹਨ ਤੋਂ ਦਿਨੇਸ਼ ਮੋਹਨ ਨੂੰ ਕੋਈ ਨਹੀਂ ਲੈ ਸਕਦਾ, ਪਰ ਸਟੇਟਸ ਤੇ ਠੀਕ ਹੈ, ਲੈ ਲਓ। ਜਿੰਨੇ ਲੋਕਾਂ ਦਾ ਕੰਮ ਬਣ ਸਕਦਾ। ਦਿਸ ਇਜ਼ ਅ ਵੈਰੀ ਬਿਗ ਇੰਡਸਟਰੀ, ਯੂ ਨੋ, ਦੇਰ ਇਜ਼ ਵਰਕ ਫॉर एवरीबॉडी हेयर।
ਐਵਰੀਬਡੀ, ਸਭ ਨੂੰ ਕੰਮ ਮਿਲੇ। ਮੇਰੇ ਲੋਕਲਾਈਕਸ ਨੂੰ ਜਿਹੜੇ ਡਿਫਰੈਂਟ ਲੱਗਦੇ ਆ, ਮੇਰੀ ਤੇ ਆਈ ਉਹ ਵਿਸ਼ ਐਂਡ ਆਈ ਐਮ ਵੈਰੀ ਹੈਲਪਫੁਲ। ਤੁਸੀਂ ਜਿਹੜੇ ਹੋਰ ਮੇਰੀ ਏਜ ਦੇ ਬੀਅਰਡਡ ਮਾਡਲਸ ਮੇਰੇ ਕਨੈਕਸ਼ਨ ਨੇ ਚਾਹੁੰਦੇ ਆ, ਮੈਂ ਸਭ ਦੀ ਦਿਲ ਖੋਲ ਕੇ ਹੈਲਪ ਕਰਨਾ ਹਮੇਸ਼ਾ। ਬਹੁਤ ਚੰਗਾ ਲੱਗਾ ਭਾਜੀ ਤੁਹਾਨੂੰ ਮਿਲ ਕੇ। ਉਮੀਦ ਕਰਦਾ ਬਹੁਤ ਜਲਦ ਦੁਬਾਰਾ ਮਿਲਾਂਗੇ। ਤੇ ਇੱਕ ਆਖਰ ਦੇ ਵਿੱਚ ਜਾਂਦੇ ਦੀ ਗੱਲ ਕਹਾਂਗੇ, ਕਿਉਂਕਿ ਮੈਂ ਦਰਸ਼ਕਾਂ ਨੂੰ ਵੀ ਦੱਸ ਦੇਵਾਂ ਕਿ ਤੁਹਾਡੇ ਵਿੱਚ ਉਹ ਪੋਜ਼ਿਟਿਵਿਟੀ ਆ। ਉਹ ਕਹਿੰਦੇ ਨਾ ਬੰਦਾ ਬੈਠਦਾ ਕੋਲੇ ਦਾ ਇੱਕ ਬੰਦੇ ਦੀ ਵਾਈਬ ਆ ਜਾਂਦੀ ਹੈ ਕਿ ਇਹ ਬੰਦਾ ਅਸਲ ਦੇ ਵਿੱਚ ਚੰਗਾ ਬੋਲ ਰਿਹਾ ਜਾਂ ਉੱਪਰ ਬੋਲ ਰਿਹਾ, ਪਰ ਤੁਹਾਡੇ ਨਾਲ ਬੈਠ ਕੇ ਕਦੇ ਫੀਲ ਨਹੀਂ ਹੋਇਆ ਕਿ ਤੁਸੀਂ ਜਿਵੇਂ ਨੈਗੇਟਿਵ ਵਾਈਬਸ ਹੁੰਦੀਆਂ ਨੇ। ਰੱਬ ਤੁਹਾਡੀ ਲੰਬੀ ਉਮਰ ਕਰੇ। ਆਪਾਂ ਦੁਬਾਰਾ ਜਲਦੀ ਮਿਲਾਂਗੇ। ਬਹੁਤ ਬਹੁਤ ਧੰਨਵਾਦ ਸਰ ਜੀ। ਸੋ ਇਹ ਸਨ ਦਿਨੇਸ਼ ਮੋਹਨ ਜੀ। ਤਾਂ ਉਮੀਦ ਕਰਦਾ ਤੁਹਾਨੂੰ ਗੱਲਬਾਤ ਚੰਗੀ ਲੱਗੀ। ਜਿਵੇਂ ਸ਼ੁਰੂਆਤ ਦੇ ਵਿੱਚ ਦੋਸਤੋ ਮੈਂ ਗੱਲ ਕੀਤੀ ਸੀਗੀ, ਲੋਕ, ਮੈਂ ਆਪਣੀ ਗੱਲ ਕਰਾਂ ਕੁਝ ਸਾਲ ਪਹਿਲਾਂ ਦੀ ਗੱਲ ਆ, ਇੰਨੀ ਛੇਤੀ ਜ਼ਿੰਦਗੀ ਤੋਂ ਨਿਰਾਸ਼ ਹੋ ਗਿਆ ਸੀਗਾ ਕਿ ਹੁਣ ਮੇਰੀ ਜ਼ਿੰਦਗੀ ਦੇ ਵਿੱਚ ਬਚਿਆ ਕੁਛ ਨਹੀਂ। ਪਰ ਭਾਜੀ ਦੀ ਲਾਈਫ ਸਟੋਰੀ ਉਹ ਚੀਜ਼ ਆ ਯਾਰ, ਮੈਨੂੰ ਲੱਗਦਾ ਹੈ ਇੱਕ ਤਿਨਕੇ ਨੂੰ ਕਹਿੰਦੇ ਡੁੱਬਦੇ ਨੂੰ ਇੱਕ ਤਿਨਕੇ ਦਾ ਸਹਾਰਾ ਹੁੰਦਾ ਆ, ਉਹ ਚੀਜ਼ ਆ ਯਾਰ। ਜੇ ਇਸ ਉਮਰ ਦੇ ਵਿੱਚ ਭਾਜੀ ਇਸ ਸਟੇਜ ਤੋਂ ਬਾਹਰ ਆ ਸਕਦੇ ਨੇ ਤਾਂ ਮੈਨੂੰ ਲੱਗਦਾ ਤੁਹਾਡੇ ਤੇ ਤਾਂ ਕੋਈ ਪਹਾੜ ਨਹੀਂ ਟੁੱਟਿਆ। ਅਕਸਰ ਮੈਨੂੰ ਲੱਗਦਾ ਜਿਵੇਂ ਹੁਣ ਕੁੜੀਆਂ ਰੋਣ ਲੱਗ ਜਾਂਦੀਆਂ ਨੇ, ਇੱਕ ਛੋਟੀ ਜਿਹੀ ਸੱਟ ਲੱਗੀ ਹੁੰਦੀ ਤੇ ਹਾਏ ਮੇਰੇ ਕੋਲ ਕੀ ਬਚ ਗਿਆ ਹੁਣ। ਉਹ ਇੱਕ ਚੀਜ਼ ਜੇ ਲਾਈਫ ਦੇ ਵਿੱਚ ਬੰਦਾ ਸੋਚ ਲਵੇ ਨਾ ਕਿ ਮੈਂ ਆਹ ਚੀਜ਼ ਆਹ ਮੁਕਾਮ ਤੇ ਪਹੁੰਚਣਾ ਆ, ਤਾਂ ਮੈਨੂੰ ਲੱਗਦਾ ਜੇ ਪਹਾੜ ਵੀ ਸਾਹਮਣੇ ਆ ਜਾਏ ਤਾਂ ਬੰਦਾ ਉਹ ਪਹਾੜ ਦੇ ਵਿੱਚੋਂ ਵੀ ਰਸਤਾ ਕੱਢ ਕੇ ਆਪਣੇ ਟੀਚੇ ਤੇ ਪਹੁੰਚ ਜ਼ਰੂਰ ਜਾਊਗਾ। ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ, ਕਿ ਇੰਸਪੀਰੇਸ਼ਨ ਹੋਊਗੀ ਐਸੀਆਂ ਹੋਰ ਇੰਸਪੀਰੇਸ਼ਨਸ ਨੂੰ, ਹੋਰ ਰੂਹਾਂ ਨੂੰ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਇੱਕ ਐਸੀ ਚੀਜ਼ ਕੀਤੀ ਹੈ ਕਿ ਤੁਹਾਨੂੰ ਵੀ ਉਹ ਚੀਜ਼ ਸਿੱਖਣੀ ਚਾਹੀਦੀ ਹੈ। ਉਹ ਰੂਹਾਂ ਨੂੰ ਸਮੇਂ-ਸਮੇਂ ਸਿਰ ਤੁਹਾਡੇ ਤੱਕ ਮਿਲਾਉਂਦਾ ਰਹੂੰਗਾ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬਾਲੂ ਦਿਓ ਇਜਾਜ਼ਤ, ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।